ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ, ਤੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਜੁੜ ਗਏ ਨੇ ਆਪਣੇ ਨਾਲ। ਅਸੀਂ ਘੰਟਾ ਭਰ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਕਿਸਾਨ ਅੰਦੋਲਨ ਦੀਆਂ, ਪੰਜਾਬ ਦੀ ਸਿਆਸਤ ਦੀਆਂ, ਭਾਰਤ ਦੀਆਂ ਕੁਝ ਖਬਰਾਂ ਤੇ ਅਸੀਂ ਤੁਹਾਡੇ ਨਾਲ ਕਰਾਂਗੇ ਚਰਚਾ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਾਹਿਬ स्वागत है। प्रोफैसर साहब हुणे गए, प्रोफैसर साहब याद रहिंदे आ जां डॉक्टर साहब जां प्रोफैसर साहब दोनों ही माना मत्ते उहदे। वैसे तुसीं डॉक्टर भी हो प्रोफैसर भी हो जी, कोई नहीं साडे वास्ते। अक्सर बहुत मेहरबानी हरजीत गिल जी ते साडे टीवी पंजाबी दुनिया दे जिन्ने भी साडे दर्शक सानू देख सुन रहे ने उन्हां सारियां दा भी स्वागत है। वो गिल साहब पता कि कई बार बहुत सारे समागमां च जाईदा ते इत्थे साडे भी जिहड़े संचालक बहुते फिर चलाउंदे ने मंच संचालन जिहड़े करदे ने मित्र मिली वो अक्सर ही डॉक्टर क्योंकि बहुत यूनिवर्सिटियां वाले लोग जाते हैं तो डॉक्टर मूंह ते चढ़िया तो अक्सर ही वो डॉक्टर सुशील भी कह दिंदे तो बड़ा औड़ जिहा लगदा सुशील दे नाल डॉक्टर लगा। ते ईवन मैं तुहानूं दसदा सुरजीत पात्र होरी जिहड़े आ अपने वड्डे शायर साडे वो सुरजीत पात्र जदों किहा जांदा उहनां नूं तो वो जचदा ते कई बारी उन्हां नूं लोग डॉक्टर सुरजीत पात्र कहंदे तो जचदा जिहा नहीं। हाँ जी, वो डॉक्टर हैगे आ साहिब दे, वो साहिब दे डॉक्टर हैगे आ। मैं तो डॉक्टर भी है नहीं ना मैं प्रोफैसर आ ते वो सुशील दे नाल तां डॉक्टर होई नहीं जचदा। नहीं नहीं दसांझ साहब वैसे हुण सुरजीत पात्र वर्गे जिहड़े वड्डे नां ने ना जी साहिब दे, होर भी बहुत सारे लोग वो शायद लाउणा भी बहुता पसंद नहीं करते क्योंकि हुण बुद्ध सिंह नीलो वाली कहानी कि झूठ की दुकान है PhD हुण डॉक्टर भी काफ़ी तरह के आ गए। इस करके मेरे ख्याल से जिहड़े सच्ची मुच्ची के डॉक्टर है थोड़ा अवॉइड भी करते हैं भी हुण थोड़ा जिहा संकोच ही किया जाए तो बेहतर है। एक ਇਹਦੀ ਟਰਮ ਦਾ ਮੈਨੂੰ ਤੁਸੀਂ ਤਾਂ ਸਿਆਣੇ ਹੋ ਤੁਹਾਨੂੰ ਜ਼ਿਆਦਾ ਪਤਾ ਇਹਦੀ ਟਰਮ ਦਾ ਵੀ ਮੈਨੂੰ ਥੋੜਾ ਪਤਾ ਨਹੀਂ ਕਿਉਂਕਿ ਜਿਹੜੇ ਸਾਹਿਤ ਦੇ ਡਾਕਟਰ ਹੈ ਨਾ ਤੇ ਉਹ ਆਪਣਾ ਪੂਰਾ ਨਾਮ ਲਿਖ ਕੇ ਉਹ ਅਖੀਰ ਚ ਬ੍ਰੈਕਟਡ ਡਾਕਟਰ ਪਾਉਂਦੇ ਜੀ ਬਿਲਕੁਲ ਹਾਂ ਡੀਲਿਟ ਜਾਂ ਡਾਕਟਰੇਟ ਪਿੱਛੇ ਲਿਖਦੇ ਹੁੰਦੇ ਸੀ, ਹੁਣ ਰਿਵਾਜ ਹੋ ਗਿਆ ਪਹਿਲਾਂ ਲਿਖਣ ਲੱਗ ਗਏ ਦੂਜੇ ਡਾਕਟਰਾਂ ਵਾਂਗੂ। ਹੁਣ ਪਹਿਲਾਂ ਲਿਖਣ ਲੱਗ ਪਏ। ਹੁਣ ਪਹਿਲਾਂ ਹਮੇਸ਼ਾ ਵਖਰੇਵਾਂ ਕੀਤਾ ਜਾਂਦਾ ਸੀ ਔਰ सच्ची गल तो है कि जेडे MBBS डॉक्टर जां जेडे हैल्थ वाले डॉक्टर आ उन्हां नालों ये डिग्रियां बेहतर मनिया जांदियां सी किसी समय कि वो लिखते भी इहनूं वखराउण लई भी ब्रैकेट च पिछले पासे लिखते सी जां डीलेट की डिग्री जां डॉक्टरेट की डिग्री ये जिहड़ियां डिग्रियां हुंदियां सी लिटरेचर दियां इन्हां नूं बड़ा मान मिलदा सी किसी जमाने च। ते हुण जो कुछ हो गया जिद्दां यूनीवर्सिटियां चल रहा जिद्दां आपां खबरां पढ़दे सुणदे आ ਤੇ ਹੁਣ ਤੇ ਸ਼ਾਇਦ ਡਾਕਟਰ ਕਹਾਉਣਾ ਵੀ ਕਈ ਲੋਕ ਪਸੰਦ ਨਾ ਕਰਦੇ ਹੋਣ ਜੀ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹੁਣ ਅਸਲ ਦੇ ਵਿੱਚ ਇਹ ਆ ਵੀ ਜਿਸ ਮਾਹੌਲ ਚੋਂ ਅਸੀਂ ਲੰਘ ਰਹੇ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਮਤਲਬ ਠੀਕ ਹੈ ਰੂਟੀਨ ਦੇ ਵਿੱਚ ਡਾਕਟਰੇਟ ਲੋਕ ਕਰ ਲੈਂਦੇ ਆਪਣੇ ਕਰੀਅਰ ਕਰਕੇ ਕਰ ਲੈਂਦੇ ਆ ਤੇ ਉਹ ਕਰਦੇ ਕਿਵੇਂ ਆ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ ਉਹ ਫਿਰ ਬੰਦਾ ਸ਼ਰਮਸਾਰ ਜਿਹਾ ਵੀ ਹੁੰਦਾ ਕਰ ਲੈਂਦਾ ਕਰੀਅਰ ਕਰਕੇ ਪਰ ਰੂਟੀਨ ਦੇ ਵਿੱਚ ਇੱਕ ਸ਼ਰਮਸਾਰੀ ਦਾ ਇੱਕ ਅਹਿਸਾਸ ਜਾਂ ਜ਼ਰੂਰ ਕਿਤੇ ਨਾ ਕਿਤੇ ਮਨ ਲੱਗਦਾ ਮਨ ਚ ਰਹਿੰਦਾ। ਚਲੋ ਖੈਰ ਉਹ ਗੱਲਾਂ ਹੋਰ ਨੇ ਕਿਤੇ ਫੇਰ ਗੱਲਾਂ ਕਿਤੇ ਹਾਂਜੀ ਇਹਨਾਂ ਇਸ਼ੂ ਜਿਹੜੇ ਟੌਪਿਕ ਨੇ ਕਿਤੇ ਹੋਰ ਪ੍ਰੋਗਰਾਮ 'ਚ ਆਪਾਂ ਕਰਾਂਗੇ। ਬਿਲਕੁਲ ਆਪਣਾ ਖਬਰਾਂ ਦਾ ਪ੍ਰੋਗਰਾਮ ਉਹਦੇ ਵਿੱਚ ਇਹ ਗੱਲਾਂ ਨਹੀਂ ਕਰਨ ਵਾਲੀਆਂ ਪਰ ਵੈਸੇ ਜਿਹੜੀ ਗੱਲ ਤੁਸੀਂ ਛੇੜੀ ਆ ਨਾ ਜਿਹੜੇ ਲੋਕ ਸਰ ਕਰਦੇ ਨੇ ਜਿਹੜੇ ਲੋਕ ਕਰਪਟ ਹੁੰਦੇ ਉਹਨਾਂ ਨੂੰ ਕਰਪਸ਼ਨ ਦੀ ਕੋਈ ਮਤਲਬ ਸ਼ਰਮ ਜਿਹੜੀ ਉਹ ਨਹੀਂ ਹੁੰਦੀ। ਉਹ ਲੋਕਾਂ ਸਾਹਮਣੇ ਜੋ ਮਰਜ਼ੀ ਕਹਿਣ ਸ਼ਰਮਸਾਰ ਉਹ ਲੋਕ ਹੋ ਜਾਂਦੇ ਨੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਯਾਰ ਕੁਝ ਗੜਬੜ ਹੈ ਉਹ ਸਗੋਂ ਸ਼ਰਮਿੰਦੇ ਹੋ ਜਾਂਦੇ ਨੇ ਉਹ ਦੂਰ ਹੋ ਜਾਂਦੇ ਨੇ। ਉਹ ਲੋਕ ਤੇ ਬੜੀ ਢੀਠਤਾਈ ਨਾਲ ਦੱਸਦੇ ਆ ਕਿ ਅਸੀਂ ਡਾਕਟਰ ਹਾਂ। ਬਹੁਤ ਸਾਰੇ ਲੋਕਾਂ ਨੂੰ ਇੱਥੇ ਵੀ ਬਹੁਤ ਸਾਰੇ ਲੋਕ ਨੇ ਜੀ ਕਿਉਂਕਿ ਪਿਛਲਾ ਪਿਛੋਕੜ ਤੇ ਕਿਸੇ ਦਾ ਇੱਥੇ ਪਤਾ ਨਹੀਂ ਲੱਗਦਾ। ਭਾਰਤ ਵਿੱਚ ਤੇ ਆਪਾਂ ਇੱਕ ਦੂਜੇ ਨੂੰ ਬਹੁਤ ਨੇੜਿਓਂ ਜਾਣਦੇ ਹੁੰਦੇ ਆ ਤੇ ਇੱਥੇ ਕਹਿੰਦੇ ਹੁੰਦੇ ਆ ਨਾ ਵਿਦੇਸ਼ਾਂ 'ਚ ਵਣ ਦੀ ਲੱਕੜੀ ਇਕੱਠੀ ਹੋਈ ਆ ਤੇ ਕੋਈ ਕੁਛ ਵੀ ਲਿਖੀ ਜਾਵੇ ਕੋਈ ਕੁਛ ਵੀ ਕਹੀ ਜਾਵੇ। ਮੈਂ ਤੇ ਕਈ ਵਾਰ ਹੈਰਾਨ ਹੋਣਾ ਨਾ ਰੇਡੀਓ ਤੇ ਆ ਕੇ ਸਾਡੇ ਵੀਰ ਜਦੋਂ ਕਾਲ ਕਰਦੇ ਨੇ ਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੱਸਦੇ ਨੇ। ਮੈਨੂੰ ਚੇਤਾ ਆ ਜਾਂਦਾ ਜਦੋਂ ਅਸੀਂ ਡਿਗਰੀ ਕਰਦੇ ਹੁੰਦੇ ਸੀ ਮਹਾਰਾਸ਼ਟਰ 'ਚ ਰੰਗਾਬਾਦ ਤੇ ਉੱਥੇ ਲੋਕੀ ਦੱਸਦੇ ਹੁੰਦੇ ਸੀ ਜੀ ਸਾਡੇ ਕੋਲ 5 ਟਰੈਕਟਰ ਨੇ ਸਾਡੇ ਕੋਲ 200 ਏਕੜ ਪੈਲੀ ਆ। ਉਹ ਕੁਝ ਮੈਂ ਇੱਥੇ ਸੁਣਦਾ ਜਦੋਂ ਪੰਜਾਬ 'ਚ ਜਾਈਦਾ ਲੋਕਾਂ ਦੀ ਹਾਲਤ ਵੇਖੀਦੀ ਆ ਤੇ ਏਕੜ ਉਕੜ ਜੇ ਤੇ ਕਿਤੇ ਨਜ਼ਰ ਨਹੀਂ ਆਉਂਦੇ ਉੱਥੇ ਤੇ ਸਧਾਰਨ ਲੋਕ ਹੀ ਨਜ਼ਰ ਆਉਂਦੇ ਆਲੇ ਦੁਆਲੇ ਆਪਣੇ ਭੈਣ ਭਰਾ ਸਾਰੇ। ਇੱਥੇ ਲੋਕੀ ਫਿਰ ਕੁਝ ਸ਼ੇਖੀਆਂ ਵੀ ਮਾਰ ਲੈਂਦੇ ਆ ਜੀ।
ਹਾਂ ਬਿਲਕੁਲ, ਇਹ ਸੁਭਾਅ ਆ ਸਾਡੇ, ਮਤਲਬ ਮਾਨਸਿਕਤਾ ਵੀ ਕੁਝ ਇਸ ਤਰ੍ਹਾਂ ਦੀ ਡਿਵੈਲਪ ਹੋਈ ਪਈ ਹੈ। ਜੀਨ 'ਚ ਕੁਝ ਚੀਜ਼ਾਂ ਪਈਆਂ ਨੇ, ਜੀਨ ਕਹਿੰਦੇ ਆ ਵੀ 7 ਪੀੜ੍ਹੀਆਂ ਤੱਕ ਨਹੀਂ ਬਦਲਦਾ, ਤੇ ਫਿਰ ਏਦਾਂ ਹੀ ਆ। ਮਤਲਬ ਓਵਰਆਲ ਸਾਡੇ ਮਨੁੱਖੀ ਸੁਭਾਅ ਦੇ ਵਿੱਚ ਕੁਝ ਚੀਜ਼ਾਂ ਏਦਾਂ ਦੀਆਂ ਪਈਆਂ ਵੀ ਇੱਕ ਜਿਹੜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸ਼ੇਖੀ ਮਾਰਨ ਵਾਲੀ ਜਿਹੜੀ ਇੱਕ ਪੂਰੀ ਦੀ ਪੂਰੀ ਇੱਕ ਸਾਡੇ ਸਾਡੇ ਤਾਂ ਪਰੰਪਰਾ ਵੀ ਹੈ ਸ਼ੇਖ ਚਿੱਲੀ ਵਾਲੀ। ਮਤਲਬ ਸ਼ੇਖ ਚਿੱਲੀ ਦੀ ਇੱਕ ਕਬਰ ਵੀ ਬਣੀ ਹੋਈ ਹੈ ਇੱਥੇ ਕੁਰੂਕਸ਼ੇਤਰ ਦੇ ਨੇੜੇ, ਹਨਾ, ਸ਼ੇਖ ਚਿੱਲੀ ਦੀ। ਤੇ ਉਹ ਭਾਵੇਂ ਸ਼ੇਖ ਚਿੱਲੀ ਸੀਗਾ ਜਾਂ ਨਹੀਂ ਸੀਗਾ, ਪਰ ਉਹ ਰਵਾਇਤ ਜਿਹੜੀ ਆ ਲਗਾਤਾਰ ਚੱਲ ਰਹੀ ਹੈ ਸ਼ੇਖੀਆਂ ਮਾਰਨ ਵਾਲੀ। ਚਲੋ ਖੈਰ, ਗੱਲਾਂ ਕੁਝ ਇਸ ਕਿਸਮ ਦੀਆਂ ਵੀ ਇਹਦੇ ਜਦੋਂ ਇਹਦੀਆਂ ਪਰਤਾਂ ਜੇ ਫੁੱਲਣ ਲੱਗਾਂਗੇ ਤੇ ਪਿਆਜ਼ ਦੇ ਛਿਲਕੇ ਵਾਂਗ ਉਹ ਛਿਲਕੇ ਲਾਈ ਜਾਵਾਂਗੇ, ਇਹ ਚੋਂ ਨਿਕਲਣਾ ਕੱਖ ਨਹੀਂ। ਪਰ ਅਲਟੀਮੇਟਲੀ ਇਹ ਗੱਲ ਸਮਝਣੀ ਉਹਨਾਂ ਲੋਕਾਂ ਨੂੰ ਚਾਹੀਦੀ ਹੈ ਜਿਹੜੇ ਲੋਕ ਜ਼ਮੀਨ ਤੋਂ ਟੁੱਟ ਕੇ ਨਾ, ਉਹ ਮਤਲਬ ਕਹਿ ਲਓ ਵੀ ਅਸਮਾਨ ਨੂੰ ਛੂੰਹਦੇ ਆ, ਨਾ ਜ਼ਮੀਨ 'ਚ ਰਹਿੰਦੇ ਆ, ਤੇ ਸ਼ੰਕੂ ਵਾਂਗੂ ਵਿਚਾਲੇ ਜੇ ਲੰਮਦੇ ਰਹਿੰਦੇ। ਸਰ ਇਹਨਾਂ ਹੀ ਸਾਡੀਆਂ ਚੀਜ਼ਾਂ ਦਾ ਫਾਇਦਾ ਸਾਡੇ ਪੋਲੀਟੀਕਲ ਲੋਕ ਵੀ ਉਠਾਉਂਦੇ ਆ ਜੀ। ਸਾਡੀਆਂ ਜਿਹੜੀਆਂ ਇਹ ਕਮਜ਼ੋਰੀਆਂ ਨੇ, ਇੱਕ ਦੂਜੇ ਤੋਂ ਵੱਧ ਚੜ ਕੇ ਆਪਣੇ ਆਪ ਨੂੰ ਸ਼ੋਅ ਕਰਨ ਦਾ ਜਿਹੜਾ ਸਾਡੇ 'ਚ ਹੈਗਾ ਆ, ਸਾਡੇ ਘਰੇ ਰੋਟੀ ਪੱਕਦੀ ਆ ਕਿ ਨਹੀਂ ਪੱਕਦੀ, ਸਾਡੇ ਕੱਪੜੇ ਚਿੱਟੇ ਹੋਣੇ ਚਾਹੀਦੇ ਆ, ਬਾਹਰ ਸਾਡੀ ਠੁੱਕ ਹੋਣੀ ਚਾਹੀਦੀ ਆ, ਇਹਨਾਂ ਚੀਜ਼ਾਂ ਨੇ ਵੀ ਸਾਨੂੰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ, ਜਿਹੜੇ ਬਦਤਰ ਹਾਲਾਤ ਹੋਏ, ਉਹ 'ਚ ਸਾਡਾ ਜਦੋਂ ਆਪਾਂ ਆਮ ਲੋਕਾਂ ਦਾ ਰੋਲ ਵੇਨੇ, ਉਹ 'ਚ ਅਸੀਂ ਲੋਕ ਵੀ ਕਦੀ ਕਦੀ ਫਿਰ ਇੱਦਾਂ ਸ਼ਾਮਲ ਹੋ ਜਾਂਦੇ ਆ। ਉਹਦਾ ਫਾਇਦਾ ਚਾਤਰ ਲੋਕ ਸਾਡੇ ਕੋਲ ਉਠਾ ਜਾਂਦੇ ਆ, ਤੇ ਸਧਾਰਨ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਠੱਗੇ ਗਏ ਬਾਅਦ ਚ ਮਹਿਸੂਸ ਕਰਦੇ। ਇਹ ਚੀਜ਼ਾਂ ਤੇ ਨਾਲ ਚੱਲਦੀਆਂ ਨੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਚਲੋ ਆਪਾਂ ਖਬਰਾਂ ਤੇ ਮਾਰੀਏ ਝਾਤੀ ਜੀ। ਸਭ ਤੋਂ ਪਹਿਲਾਂ ਤੇ ਵੱਡੀ ਖਬਰ ਤੇ ਪੰਜਾਬ ਦੇ ਜਦੋਂ ਸੰਦਰਭ 'ਚ ਗੱਲ ਕਰਦੇ ਆ ਤਾਂ ਕਿਸਾਨ ਮੂਵਮੈਂਟ ਤੋਂ ਵੱਡੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਪੂਰੇ ਭਾਰਤ ਵਿੱਚ ਹੀ ਇਸ ਵੇਲੇ ਸਭ ਤੋਂ ਵੱਡੀ ਖਬਰ ਤੇ ਕਿਸਾਨ ਮੂਵਮੈਂਟ ਹੀ ਆ। ਤੇ ਕਿਸਾਨ ਮੂਵਮੈਂਟ ਜਿੱਥੇ ਕਰਨਾਲ 'ਚ ਇੱਕ ਨਵਾਂ ਮੋਰਚਾ ਖੁੱਲਿਆ ਹੋਇਆ ਕੁਝ ਦਿਨਾਂ ਦਾ, ਉਹਦੀਆਂ ਗੱਲਾਂ ਬਾਅਦ 'ਚ ਕਰਦੇ ਆ। ਪੰਜਾਬ ਦੇ ਵਿੱਚ ਵੀ ਤਲਖੀ ਵੱਧ ਰਹੀ ਸੀਗੀ ਸਿਆਸਤਦਾਨਾਂ ਤੇ ਕਿਸਾਨਾਂ ਦੇ ਵਿੱਚ, ਕਿਉਂਕਿ ਕਿਸਾਨ ਲੀਡਰਸ਼ਿਪ ਨੇ ਕਿਹਾ ਹੋਇਆ ਸੀਗਾ ਕਿ ਬੀਜੇਪੀ ਦਾ ਤੇ ਟੋਟਲ ਬਾਈਕਾਟ ਕਰੋ, ਬਾਕੀ ਪਾਰਟੀਆਂ ਨੂੰ ਸਵਾਲ ਕਰੋ। ਤੇ ਉਹ ਸਵਾਲ ਜਵਾਬ ਦੇ ਸਿਲਸਿਲੇ 'ਚ ਤਲਖੀਆਂ ਵੱਧ ਰਹੀਆਂ ਸੀ। ਕੁਝ ਇੱਕ ਪੋਲੀਟੀਕਲ ਪਾਰਟੀਆਂ ਨੇ ਕਿਸਾਨ ਲੀਡਰਸ਼ਿਪ ਕੋਲ ਸ਼ਾਇਦ ਇਹ ਆਵਾਜ਼ ਉਠਾਈ ਕਿ ਸਾਨੂੰ ਤੁਸੀਂ ਇੱਕ ਵਾਰੀ ਬਿਠਾ ਕੇ ਸਾਰੇ ਸਵਾਲ ਕਰ ਲਓ, ਅਸੀਂ ਤੁਹਾਡੇ ਜਵਾਬ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸ਼ਾਇਦ ਸੁਖਬੀਰ ਬਾਦਲ ਨੇ ਇਹ ਪ੍ਰਪੋਜ਼ਲ ਰੱਖੀ ਸੀ, ਕਿਸਾਨ ਜਥੇਬੰਦੀਆਂ ਨੇ ਉਹ ਮੰਨ ਲਈ। ਤੇ ਅੱਜ ਮੀਟਿੰਗ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ, ਤੇ ਕਿਸਾਨ ਜਥੇਬੰਦੀਆਂ ਦੇ ਸਵਾਲਾਂ ਦੇ ਆਪੋ ਆਪਣੀ ਪਾਰਟੀ ਵੱਲੋਂ ਉੱਤਰ ਦੇਣ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਜਾ ਰਹੀਆਂ ਨੇ। ਮੈਨੂੰ ਲੱਗਦਾ ਬੀਜੇਪੀ ਨੂੰ ਛੱਡ ਕੇ ਬਾਕੀ ਪਾਰਟੀਆਂ ਜਾਣਗੀਆਂ ਸਾਰੀਆਂ ਹੀ। ਨਵਜੋਤ ਸਿੱਧੂ ਨੇ ਤੇ ਇੱਥੋਂ ਤੱਕ ਕਿਹਾ ਕਿ ਉਹ ਖੁਦ ਜਾਣਗੇ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝ ਕੇ ਜੋ ਵੀ ਉਹ ਕਰ ਸਕਦੇ ਹੋਏ ਕਰਨਗੇ। ਆਮ ਆਦਮੀ ਪਾਰਟੀ ਨੇ ਵੀ ਆਪਣੇ ਨੁਮਾਇੰਦੇ ਭੇਜਣੇ ਆ, ਅਕਾਲੀ ਦਲ ਨੇ ਵੀ ਭੇਜੇ ਆ। ਮੇਰੇ ਖਿਆਲ ਚੀਮਾ ਸਾਹਿਬ ਨੂੰ ਜਾਂ ਕਿਸੇ ਹੋਰ ਦੇ ਨਾਮ ਮੈਂ ਵੇਖ ਰਿਹਾ ਸੀਗਾ, ਤੁਹਾਨੂੰ ਡਿਟੇਲ ਪਤਾ ਹੋਏਗੀ। ਸੋ ਇਹ ਜਿਹੜਾ ਘਟਨਾਕ੍ਰਮ ਕਵਾਂ ਜਾਂ ਇੱਕ ਮੋਰਚੇ ਦੀ ਵਿਲੱਖਣਤਾ ਕਵਾਂ ਕਿ ਡੈਮੋਕ੍ਰੈਟਿਕ ਲੀਹਾਂ ਤੋਂ ਉੱਤਰ ਨਹੀਂ ਦਿੱਤਾ ਮੋਰਚਾ, ਜਿਹੜੀ ਲੀਡਰਸ਼ਿਪ ਆ। ਕੋਈ ਵੀ ਐਸਾ ਮੌਕਾ ਉਹਨਾਂ ਨਹੀਂ ਦਿੱਤਾ ਕਿ ਦੂਜਿਆਂ ਨੂੰ ਇਹ ਕੋਈ ਬਣ ਸਕੇ ਕਿ ਕਿਸਾਨ ਗਲਤ ਨੇ। ਕਿਸਾਨ ਹਮੇਸ਼ਾ ਲੀਗਲ ਢੰਗ ਨਾਲ ਵੀ ਚੱਲਦੇ ਰਹੇ ਨੇ, ਡੈਮੋਕ੍ਰੇਸੀ ਦੇ ਅਸੂਲਾਂ ਮੁਤਾਬਕ ਹੀ ਚੱਲਦੇ ਰਹੇ ਨੇ, ਸੰਵਿਧਾਨ ਮੁਤਾਬਕ ਹੀ ਚੱਲਦੇ ਰਹੇ ਨੇ। ਤੇ ਇਹ ਇੱਕ ਵਾਰੀ ਮੇਰੇ ਖਿਆਲ ਇਹ ਵੀ ਪਹਿਲਾ ਮੌਕਾ ਆ ਕਿ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਇੱਕ ਕਾਲ ਦੇ ਉੱਤੇ ਮਜਬੂਰ ਹੋ ਜਾਂਦੀਆਂ ਨੇ ਕਿ ਹਾਂਜੀ ਅਸੀਂ ਤਿਆਰ ਹਾਂ ਜੀ, ਸਾਡੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ। ਅੱਗੇ ਉਹ ਕਰਦੀਆਂ ਕੀ ਨੇ, ਇਹ ਗਾਂ ਜਿਹੜਾ ਆਉਣ ਵਾਲਾ ਸਮਾਂ ਭਵਿੱਖ ਉਹਦੀ ਬੁੱਕਲ 'ਚ ਹੈ। ਪਰ ਫਿਲਹਾਲ ਇਦਾਂ ਲੱਗਦਾ ਕਿ ਨਾ ਤੇ ਹਰਿਆਣੇ 'ਚ ਕਿਸੇ ਬੀਜੇਪੀ ਦਾ ਰਾਜ ਆ ਤੇ ਨਾ ਪੰਜਾਬ 'ਚ ਕਿਸੇ ਕਾਂਗਰਸ ਦਾ ਰਾਜ ਆ। ਕਿਸਾਨ ਮੂਵਮੈਂਟ ਦਾ, ਕਿਸਾਨ ਅੰਦੋਲਨ ਦੇ ਵਰਕਰਾਂ ਦਾ ਰਾਜ ਹੈ। ਉਹ ਚਾਹਣ ਤਾਂ ਉਹ ਜੋ ਮਰਜ਼ੀ ਕਰ ਸਕਦੇ ਆ, ਪਰ ਉਹ ਜਿਸ ਢੰਗ ਨਾਲ ਕੰਮ ਕਰ ਰਿਹਾ ਉਹਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਘੱਟ ਹੈ। ਦੇਖੋ, ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ, ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਮੈਂ ਉਹ ਗੱਲਾਂ ਨਹੀਂ ਦੁਹਰਾਉਂਦਾ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ। ਪਰ ਜੇ ਪੈਰਲਲ ਇੱਕ ਇੱਦਾਂ ਦਾ ਮਾਹੌਲ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੀਆਂ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਜਿਹੜੀ ਵੀ ਗੱਲ ਕਰਦਾ ਹੈ ਤੇ ਉਹਦੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਉਹ ਜੇ ਕਹਿ ਲਓ ਵੀ ਉਹਦਾ ਐਗਰੀ ਕਰ ਜਾਂਦੀਆਂ ਤੇ ਆਪਣੇ ਆਪ ਦੇ ਵਿੱਚ ਇਹ ਤਾਕਤ ਜਿਹੜੀ ਹੈ ਨਾ ਉਹ ਦਿਖਾਈ ਦੇ ਰਹੀ ਹੈ। ਇਸ ਅੰਦੋਲਨ ਦੀ ਤਾਕਤ ਇਹ ਹੈ, ਇਸ ਅੰਦੋਲਨ ਦੀ, ਕਿ
ਜਦੋਂ ਕਿਸਾਨ ਪਾਰਲੀਮੈਂਟ ਨਾਲ ਲਾਈ ਸੀਗੀ ਤੇ ਨਾਲ ਦੀ ਨਾਲ ਪਾਰਲੀਮੈਂਟ ਜਿਹੜੀ ਜੁੜ ਰਹੀ ਸੀ, ਤੇ ਉਦੋਂ ਇੱਕ ਪਬਲਿਕ ਵਿਪ ਜਿਹੜੀ ਜਾਰੀ ਕੀਤੀ, ਜਿਹਨੂੰ ਅਸੀਂ ਹਦਾਇਤਨਾਮਾ ਕਹਿੰਦੇ ਆ, ਤੇ ਉਹਨੂੰ ਵੀ ਇਹਨੇ ਲਗਭਗ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀ ਪਾਰਟੀਆਂ ਨੇ। ਕਿਸੇ ਨੇ ਵਾਕਆਊਟ ਨਹੀਂ ਕੀਤਾ, ਕਿਸੇ ਨੇ ਬਾਈਕਾਟ ਨਹੀਂ ਕੀਤਾ, ਤੇ ਆਪੋ ਆਪਣੇ ਢੰਗ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿੰਨੇ ਖੇਤੀ ਕਾਨੂੰਨਾਂ ਬਾਰੇ ਗੱਲਾਂ ਕੀਤੀਆਂ, ਉੱਥੇ MSP ਬਾਰੇ ਗੱਲਾਂ ਕੀਤੀਆਂ। ਹੁਣ ਵੀ ਜਿਹੜੀ ਇਹ ਸਾਰਾ ਜੀ ਪ੍ਰਕਿਰਿਆ ਸਮਝਣੀ ਹੋਵੇ ਵੀ ਕਿਵੇਂ ਮੀਟਿੰਗ ਦਾ ਮਾਹੌਲ ਕਿਵੇਂ ਬਣਿਆ, ਕਿੱਦਾਂ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ, ਤੇ ਕਿਵੇਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਇਸ ਮੀਟਿੰਗ ਤੇ ਪਹੁੰਚਣ ਦੀ ਹਾਮੀ ਭਰ ਚੁੱਕੀਆਂ। ਇਹ ਜਿਹੜਾ ਅਮਲ ਪੂਰੇ ਦਾ ਪੂਰਾ ਦੇਖਣਾ ਹੋਵੇ ਤਾਂ ਇਹ ਦੇਖਣਾ ਪਏਗਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਤੇ ਬਾਕੀ ਕਿਸਾਨ ਜਥੇਬੰਦੀਆਂ ਨੇ ਵੀ ਬਿਲਕੁਲ ਸਾਫ਼ ਕੀਤਾ ਹੋਇਆ ਹੈ ਪਹਿਲੇ ਦਿਨ ਤੋਂ ਵੀ ਕੋਈ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਜਾਂ ਲੀਡਰ ਜਿਹੜਾ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਆ ਤਾਂ ਸਕਦਾ ਇੱਕ ਆਮ ਕਿਸਾਨ ਵਾਂਗ, ਪਰ ਉਹਨੂੰ ਨਾ ਤਾਂ ਸਾਡੀ ਸਟੇਜ ਮਿਲੇਗੀ, ਨਾ ਸਾਡਾ ਮਾਈਕ ਮਿਲੇਗਾ। ਤੁਹਾਨੂੰ ਯਾਦ ਹੋਣਾ ਕਿ ਗਾਜ਼ੀਪੁਰ ਬਾਰਡਰ ਤਾਂ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਵੀ ਕੀਤੀ, ਮਨੀਸ਼ ਸਿਸੋਦੀਆ ਵੀ ਗਏ, ਸੁਖਬੀਰ ਬਾਦਲ ਵੀ ਗਏ, ਸਾਰਿਆਂ ਨੂੰ ਵੈਲਕਮ ਤਾਂ ਕਿਹਾ, ਉੱਥੇ ਰਿਕੁਐਸਟ ਕਰਦੇ, ਪਰ ਮਨੀਸ਼ ਸਿਸੋਦੀਆ ਨੇ ਤਾਂ ਆਪ ਹੀ ਕਹਿਤਾ ਵੀ ਮੈਂ ਸਟੇਜ ਤੇ ਨਹੀਂ ਜਾਣਾ, ਤੇ ਸੁਖਬੀਰ ਬਾਦਲ ਹੋਰਾਂ ਦੀ ਵੀ ਇਹ ਹਿੰਮਤ ਨਹੀਂ ਸੀ ਪਈ ਕਹਿਣ ਦੀ ਕਿ ਮੈਂ ਸਟੇਜ ਤੇ ਆਉਣਾ ਚਾਹੁੰਦਾ। ਤੇ ਇਸ ਤਰ੍ਹਾਂ ਅਸੀਂ ਦੇਖਿਆ ਸਾਰਾ ਇਹ ਪ੍ਰੋਸੈਸ, ਜਿਹਦੇ 'ਚ ਵੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੋਕ ਜਾਂਦੇ ਤਾਂ ਰਹੇ ਇਸ ਅੰਦੋਲਨ ਦੇ ਵਿੱਚ, ਪਰ ਉਹਨਾਂ ਨੂੰ ਮੰਚ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ। ਹੁਣ ਜਦੋਂ ਪੰਜਾਬ ਦੇ ਵਿੱਚ ਹਾਲੇ ਚੋਣਾਂ ਬਹੁਤ ਦੂਰ ਦੇ, ਬਹੁਤੀਆਂ ਦੂਰ ਭਾਵੇਂ ਨਹੀਂ, ਪਰ ਹਾਲੇ ਚੋਣਾਂ ਦਾ ਐਲਾਨ ਨਹੀਂ ਹੋਇਆ, ਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਆਪੋ ਆਪਣਾ ਅੰਦਰੂਨੀ ਸੰਕਟ ਹੈ। ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਗਾਲੀ ਕੀਤੀ, ਸੁਖਬੀਰ ਸਿੰਘ ਬਾਦਲ ਹੋਰਾਂ ਨੇ 100 ਦਿਨ 100 ਹਲਕਾ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਪਹਿਲੇ ਦਿਨ ਤੋਂ ਉਹਦਾ ਵਿਰੋਧ ਹੋਣਾ ਸ਼ੁਰੂ ਹੋਇਆ, ਭਾਵੇਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੋਇਆ ਵੀ ਬਾਈਕਾਟ ਕਰੋ ਭਾਰਤੀ ਜਨਤਾ ਪਾਰਟੀ ਦਾ, ਪਰ ਬਾਕੀ ਪਾਰਟੀਆਂ ਦਾ ਬਾਈਕਾਟ ਕਰਨ ਦੀ ਲੋੜ ਨਹੀਂ, ਘਿਰਾਓ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਸਵਾਲ ਕਰੋ। ਤੇ ਪਰ ਮੋਗੇ ਤੱਕ ਜਾਂਦਿਆਂ ਜਾਂਦਾ ਜਿਹੜੀ ਯਾਤਰਾ ਜਿਹੜੀ ਆ ਉਹ ਹਿੰਸਕ ਹੋ ਗਈ। ਸਵਾਲ ਕਰਨ ਗਏ ਕਿਸਾਨਾਂ ਦੇ ਉੱਤੇ SOI ਦੇ ਵਰਕਰਾਂ ਨੇ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ SOI, ਸੁਖਬੀਰ ਸਿੰਘ ਬਾਦਲ ਨੇ ਇੱਕ ਵਿਦਿਆਰਥੀ ਜਥੇਬੰਦੀ ਬਣਾਈ ਸੀ, ਤੇ ਉਹਦੇ ਵਰਕਰਾਂ ਨੇ ਹੁੱਲੜਬਾਜ਼ੀ ਕੀਤੀ ਤੇ ਟਕਰਾਅ ਦੀ ਸਥਿਤੀ ਪੈਦਾ ਕੀਤੀ, ਤੇ ਪੁਲਿਸ ਨੇ ਉਹਨਾਂ ਦੀ ਥਾਂ ਦੇ ਉੱਤੇ ਕਿਸਾਨ ਜਿਹੜੇ ਸੀਗੇ ਉਹਨਾਂ ਦਾ ਕਟਾਪਾ ਚਾੜਿਆ ਕਰਨਾਲ ਵਾਂਗ। 28 ਅਗਸਤ ਨੂੰ ਜੋ ਕੁਝ ਕਰਨਾਲ 'ਚ ਹੋਇਆ ਸੀ ਉਹ ਕੁਝ ਮੋਗੇ 'ਚ ਹੋਇਆ, ਤੇ ਉਲਟਾ ਕਿਸਾਨਾਂ ਦੇ ਉੱਤੇ ਹੀ ਜਿਹੜੇ ਆ ਕੇਸ ਦਰਜ ਕੀਤੇ, ਕਿਸਾਨਾਂ ਨੂੰ ਗ੍ਰਿਫਤਾਰ ਕੀਤਾ, ਤੇ ਇਹਦਾ ਵਿਰੋਧ ਫਿਰ ਬਹੁਤ ਤਿੱਖਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਮਜਬੂਰੀ ਦੇ ਵਿੱਚ ਆਪਣੀ ਯਾਤਰਾ ਰੋਕਣੀ ਪਈ। ਸੁਖਬੀਰ ਸਿੰਘ ਬਾਦਲ ਨੇ 6 ਦਿਨ ਵਾਸਤੇ ਆਪਣੀ ਯਾਤਰਾ ਮੁਲਤਵੀ ਕੀਤੀ। ਹਰਜੀਤ ਗਿੱਲ ਜੀ, ਲਾਈਟ ਚਲੀ ਗਈ ਹੈ ਤੇ ਥੋੜਾ ਜਿਹਾ ਸ਼ਾਇਦ ਮੈਨੂੰ ਲੱਗਦਾ ਫਰਕ ਪੈ ਸਕਦਾ ਇਹਦੀ ਆਪਣੀ ਲਾਈਟਿੰਗ ਦਾ। ਕੰਟੀਨਿਊ ਰੱਖੋ, ਕੋਈ ਗੱਲ ਨਹੀਂ, ਕੰਟੀਨਿਊ ਰੱਖੋ, ਠੀਕ ਹੈ, ਆਵਾਜ਼ ਠੀਕ ਆ ਰਹੀ ਹੈ, ਮੋਬਾਈਲ ਠੀਕ ਹੈ, ਕੋਈ ਗੱਲ ਨਹੀਂ। ਹਾਂ, ਤੋ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਜਬੂਰੀ ਦੇ ਵਿੱਚ ਆਪਣੀ ਯਾਤਰਾ ਜਿਹੜੀ ਹੈ 10 ਸਤੰਬਰ ਤੱਕ ਪੋਸਟਪੋਨ ਕੀਤੀ ਸੀ। ਅੱਜ 10 ਸਤੰਬਰ ਹੈ, ਤੇ ਸੰਯੁਕਤ ਕਿਸਾਨ ਮੋਰਚੇ ਨੇ ਪਰਸੋਂ ਮੀਟਿੰਗ ਕੀਤੀ। ਟੀਵੀ ਤੇ ਆਵਾਜ਼ ਠੀਕ ਜਾ ਰਹੀ ਹੈ? ਹਾਂਜੀ ਜੀ ਠੀਕ ਜਾ ਰਹੀ ਹੈ ਜੀ ਆਵਾਜ਼? ਹਾਂਜੀ ਠੀਕ ਹੈ ਜੀ, ਠੀਕ ਜਾ ਰਹੀ ਹੈ। ਠੀਕ ਜਾ ਰਹੀ ਹੈ ਜੀ? ਹਾਂਜੀ ਠੀਕ ਹੈ ਜੀ। ਓਕੇ, ਤੇ ਜਦੋਂ ਮੁਲਤਵੀ ਕੀਤੀ ਯਾਤਰਾ 6 ਦਿਨ ਵਾਸਤੇ 10 ਸਤੰਬਰ ਤੱਕ, ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ 3 ਮੈਂਬਰੀ ਤਾਲਮੇਲ ਕਮੇਟੀ ਬਣਾਤੀ ਕਿ ਅਸੀਂ ਚਾਹੁੰਦੇ ਹਾਂ ਵੀ ਕਿਸਾਨ ਜਥੇਬੰਦੀਆਂ ਨਾਲ ਜਾਂ ਸੰਯੁਕਤ ਕਿਸਾਨ ਮੋਰਚੇ ਨਾਲ ਸਾਡੀ ਗੱਲ ਹੋਵੇ, ਵੀ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ। ਤੇ ਉਹ 3 ਮੈਂਬਰੀ ਕਮੇਟੀ ਜਮਿੰਦਰ ਸਿੰਘ ਸਿਰ ਸਾਹਿਬ, ਦਿਲ ਸਿੰਘ ਚੰਦੂਮਾਜਰਾ ਵਗੈਰਾ ਲੈ ਗਏ, ਨਾਲ ਇੱਕ ਚਿੱਠੀ ਭੇਜੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ। ਜਿਹੜੀ ਗੱਲ ਤੁਸੀਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਇਹ ਸਿਆਣਪ ਹੈ, ਉਹਨਾਂ ਨੇ ਮੀਟਿੰਗ ਕੀਤੀ ਪਰਸੋਂ, ਉਹਨਾਂ ਨੇ ਚਿੱਠੀ ਵੀ ਵਿਚਾਰੀ, ਤੇ ਉਹਨਾਂ ਨੇ ਇਹ ਇੱਕ ਸੋਚਿਆ ਵੀ ਇਕੱਲੇ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੀ ਗੱਲ ਕਿਉਂ ਸੁਣਨੀ ਹੈ, ਕਿਉਂ ਨਾ ਭਾਰਤੀ ਜਨਤਾ ਪਾਰਟੀ ਨੂੰ, ਨਾ ਬਾਕੀ ਪਾਰਟੀਆਂ ਨੂੰ ਵੀ ਕਾਲ ਕਰੀਏ ਵੀ ਏਦਾਂ ਦੀ ਕਿਹੜੀ ਵਿਪਤਾ ਆ ਗਈ ਵੀ ਹਾਲੇ ਚੋਣਾਂ ਦਾ ਐਲਾਨ ਨਹੀਂ ਹੋਇਆ ਤੇ ਤੁਸੀਂ ਚੋਣ ਰੈਲੀਆਂ ਕਰਨ ਤੁਰ ਪਏ, ਪਿੰਡਾਂ 'ਚ ਜਾਣ ਲੱਗ ਪਏ, ਤੇ ਪਿੰਡਾਂ ਦੇ ਵਿੱਚ ਤਾਂ ਮਾਹੌਲ ਬਹੁਤ ਵਧੀਆ ਬਣਿਆ ਹੋਇਆ, ਕਿਸਾਨ ਅੰਦੋਲਨ ਕਰਕੇ ਪਿੰਡ ਇੱਕ ਵਿਕ ਹੋਏ ਹੋਏ ਆ,
ਧੜੇਬੰਦੀਆਂ ਖਤਮ ਹੋਈਆਂ ਪਈਆਂ, ਲੋਕ ਜਿਹੜੇ ਭਾਈ ਭਾਈ ਦੁਸ਼ਮਣ ਸੀ ਉਹਨਾਂ ਦੀਆਂ ਜੱਫੀਆਂ ਪੈ ਚੁੱਕੀਆਂ, ਕਿਸਾਨ ਅੰਦੋਲਨ ਜਿਹੜਾ ਠੀਕ ਚੱਲ ਰਿਹਾ ਹੈ, ਤੇ ਤੁਸੀਂ ਪਿੰਡਾਂ 'ਚ ਜਾ ਕੇ ਨਵੀਆਂ ਧੜੇਬੰਦੀਆਂ ਪੈਦਾ ਕਰੋਗੇ, ਭਰਾ ਨੂੰ ਭਰਾ ਤੋਂ ਵੱਖ ਕਰੋਗੇ। ਬਈ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਦਾ ਹੈ, ਠੀਕ ਹੈ, ਜਦੋਂ ਚੋਣਾਂ ਦਾ ਐਲਾਨ ਹੋ ਜਾਊਗਾ ਉਦੋਂ ਤੁਸੀਂ ਆਪਣੀਆਂ ਚੋਣ ਸਰਗਰਮੀਆਂ ਵਿੱਢ ਲਿਓ ਜਿਹੜੀਆਂ ਵਿੱਢਣੀਆਂ। ਹਾਲ ਫਿਲਹਾਲ ਤੱਕ ਆਪਣੀਆਂ ਜਿਹੜੀਆਂ ਇਹ ਸਰਗਰਮੀਆਂ ਤੁਸੀਂ ਰੋਕੋ। ਵੀ ਇਸ ਗੱਲ ਕਰਕੇ ਮੀਟਿੰਗ ਕਾਲ ਕਰ ਰਹੀ ਸਾਰੀਆਂ ਪਾਰਟੀਆਂ ਦੀ, ਭਾਰਤੀ ਜਨਤਾ ਪਾਰਟੀ ਦੇ ਉਹਦੇ ਅਲਾਈਜ਼ ਨੂੰ ਛੱਡ ਕੇ ਉਹ ਮੀਟਿੰਗ ਹੈ ਅੱਜ। ਉਹ ਇਹ ਸਿਆਣਪ ਹੈ, ਸ਼ਾਇਦ ਕਿਸਾਨ ਮੋਰਚੇ ਨੇ ਜਿਹੜਾ ਵੀ ਸਟੈਪ ਚੁੱਕਿਆ, ਇਹਨੂੰ ਮੈਂ ਤਾਂ ਸਿਆਣਪ ਵਾਲਾ ਸਟੈਪ ਕਹੂੰਗਾ। ਵੀ ਇਹਦੇ ਨਾਲ ਇਹ ਹੋਏਗਾ ਵੀ ਇੱਕ ਤਾਂ ਇਹ ਹੈ ਵੀ ਜੋ ਮੇਰੇ ਕੋਲ ਖਬਰ ਹੈ, ਜਿੱਦਾਂ ਤੁਸੀਂ ਤਾਂ ਜ਼ਿਕਰ ਕੀਤਾ ਵੀ ਖੁਦ ਆਪਣੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਉਹ ਵੀ ਜਾਣਗੇ, ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ ਜਾਂ ਉਹਨਾਂ ਦੇ ਜਿਹੜੇ ਵੀ ਨੁਮਾਇੰਦੇ ਹੋਣਗੇ ਉਹ ਵੀ ਜਾਣਗੇ, ਦਲਜੀਤ ਸਿੰਘ ਚੀਮਾ ਵਗੈਰਾ, ਆਮ ਆਦਮੀ ਪਾਰਟੀ ਵਾਲੇ ਵੀ ਜਾਣਗੇ, ਬਾਕੀ ਵੀ ਜਾਣਗੇ। ਤੇ ਜੋ ਮੇਰੇ ਕੋਲ ਖਬਰ ਹੈ ਉਹ ਇਹ ਵੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਰਾਤੀ, ਤੇ ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਡਿਸਾਈਡ ਹੋ ਗਿਆ ਵੀ ਅਸੀਂ ਜੋ ਕਿਸਾਨ ਜਥੇਬੰਦੀਆਂ ਰੱਖਣਗੀਆਂ ਇੱਕ ਪੂਰੇ ਦਾ ਪੂਰਾ ਨਜ਼ਰੀਆ ਆਪਣਾ, ਤੇ ਜਾਂ ਇਹ ਰੱਖਣਗੀਆਂ ਵੀ ਹਾਂ ਵੀ ਕੁਝ ਡੇਟ ਵਿੱਚ ਲਈ ਜਾਏਗੀ ਵੀ ਮਹੀਨਾ, ਡੇਢ ਮਹੀਨਾ, 2 ਮਹੀਨਾ, ਜਾਂ ਜਦ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਵੀ ਤੁਸੀਂ ਫਿਜ਼ੀਕਲੀ ਜਿਹੜੀ ਆ ਆਪਣੀ ਇਲੈਕਸ਼ਨ ਕੈਂਪੇਨ 'ਤੇ ਨਾ ਚੜੋ, ਤੇ ਅਸੀਂ ਉਹ ਗੱਲ ਮੰਨਾਂਗੇ। ਤੇ ਆਮ ਆਦਮੀ ਪਾਰਟੀ ਵੱਲੋਂ ਵੀ ਖਬਰ ਆਈ ਆ, ਉਹ ਕਹਿੰਦੇ ਆ ਵੀ ਅਸੀਂ ਅਨਕੰਡੀਸ਼ਨਲ ਕਿਸਾਨ ਜੋ ਕਹਿਣਗੇ ਉਹ ਗੱਲ ਮੰਨਾਂਗੇ। ਜੇ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਦੱਸ ਨਹੀਂ ਦਿੱਤਾ, ਨਵਜੋਤ ਸਿੰਘ ਸਿੱਧੂ ਖੁਦ ਜਾਣਾ ਚਾਹੁੰਦੇ ਆ, ਇਹਦਾ ਮਤਲਬ ਹੈ ਕਿ ਜਿਹੜੀਆਂ ਪ੍ਰਮੁੱਖ ਧਿਰਾਂ ਆ ਉਹ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀਆਂ ਗੱਲਾਂ ਸੁਣ ਕੇ ਥੋੜੇ ਬਹੁਤ ਸੰਵਾਦ ਤੋਂ ਬਾਅਦ ਉਹ ਸਾਰੀ ਗੱਲ ਮੰਨਣਗੇ ਵੀ ਠੀਕ ਆ, ਅਸੀਂ ਉਦੋਂ ਤੱਕ ਘੱਟ ਫਿਜ਼ੀਕਲੀ ਪਿੰਡਾਂ ਜਾਂ ਸ਼ਹਿਰਾਂ 'ਚ ਨਹੀਂ ਵੜਦੇ, ਚੋਣ ਰੈਲੀਆਂ ਨਹੀਂ ਕਰਦੇ ਜਦ ਤੱਕ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ। ਤੇ ਇਹਦਾ ਮਤਲਬ ਹੈ ਕਿ ਜਿਹੜੀ ਪੈਰਲਲ ਆਪਾਂ ਗੱਲ ਕਰ ਰਹੇ ਆ ਵੀ ਬਦਲਵੀਂ ਇੱਕ ਸਰਕਾਰ ਚੱਲਣ ਵਾਲੀ ਸਥਿਤੀ ਬਣੀ ਹੋਈ ਹੈ, ਵੀ ਗੱਲ ਉਹਦੀ ਮੰਨੀ ਜਾਂਦੀ ਹੈ ਜਿਹਦੀ ਤਾਕਤ ਹੋਵੇ, ਤੇ ਤਾਕਤ ਸੰਯੁਕਤ ਕਿਸਾਨ ਮੋਰਚੇ ਦੀ ਦਿਖਾਈ ਦੇ ਰਹੀ ਹੈ ਸਰਕਾਰ ਨੂੰ ਵੀ। ਇਸੇ ਕਰਕੇ 5 ਦਿਨ ਦੇ ਲਗਾਤਾਰ ਧਰਨਿਆਂ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀ ਗੱਲ ਸੁਣੀ ਗਈ, ਕੈਪਟਨ ਅਮਰਿੰਦਰ ਨੇ ਗੱਲਾਂ ਮੰਨੀਆਂ। ਹੁਣ ਇਹ ਵੱਖਰਾ ਸਵਾਲ ਹੈ ਵੀ ਕਰਨਾਲ ਦੇ ਵਿੱਚ ਕਿਉਂ ਨਹੀਂ ਸੁਣੀ ਜਾ ਰਹੀ, ਇੱਥੇ ਮੈਂ ਵੱਖਰੀ ਦੇ ਸਕੂਗਾ। ਪਰ ਹਾਲ ਫਿਲਹਾਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਜਿਵੇਂ ਅੱਜ ਦੀ ਮੀਟਿੰਗ ਹੋ ਰਹੀ ਆ ਹੁਣ ਤੋਂ ਕੁਝ ਘੰਟਿਆਂ ਬਾਅਦ, ਉਸ ਮੀਟਿੰਗ ਦੇ ਬੜੇ ਸਾਰਥਕ ਸਿੱਟੇ ਨਿਕਲਣ ਦੀ ਉਮੀਦ ਹੈ। ਤੇ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ ਇਹ ਗੱਲ ਕਹੀ ਹੈ ਵੀ ਫੋਕਸ ਨਾ ਵਿਗੜੇ, ਦਿਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਹੈ, ਲੋਕ ਚੋਣਾਂ ਦੇ ਵਿੱਚ ਉਲਝ ਕੇ ਫਿਰ ਤੋਂ ਧੜੇਬੰਦੀਆਂ 'ਚ ਨਾ ਜਾਣ, ਵੀ ਸਰਕਾਰ ਤੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਏ ਤੇ ਕੋਈ ਮਤਲਬ ਡਾਇਵਰਟ ਨਾ ਕੀਤਾ ਜਾਏ ਧਿਆਨ, ਤੇ ਮੁੱਖ ਜਿਹੜਾ ਸਾਡਾ ਮੁੱਦਾ ਹੈ ਕਿਸਾਨਾਂ ਦਾ ਉਹਦੇ ਤੇ ਧਿਆਨ ਕੇਂਦਰਿਤ ਰਵੇ। ਇਸ ਕਰਕੇ ਹਾਲ ਫਿਲਹਾਲ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਫਿਜ਼ੀਕਲੀ ਚੋਣ ਰੈਲੀਆਂ ਨਾ ਕਰਨ ਜਾਂ ਚੋਣਾਂ ਦੀ ਕੈਂਪੇਨ ਤੇ ਨਾ ਜਾਣ, ਇਹ ਗੱਲ ਅੱਜ ਕਾਫੀ ਹੱਦ ਤੱਕ ਮੰਨੀ ਜਾਣ ਦੀ ਉਮੀਦ ਹੈ। ਬਿਲਕੁਲ ਕਿਸਾਨ ਸਾਹਿਬ, ਇੱਕ ਤਾਂ ਚਲੋ ਵੱਡੀ ਗੱਲ ਇਹ ਵੀ ਸੀਗੀ ਜਿਹੜੀ ਤੁਸੀਂ ਵਿਸਤਾਰ ਦੱਸ ਹੀ ਦਿੱਤਾ, ਇਹਨੂੰ ਦੁਬਾਰਾ ਮੈਂ ਨਹੀਂ ਕਰਨਾ ਚਾਹੁੰਦਾ, ਪਰ ਕਿਸਾਨਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਹੈ। ਜਿਹੜੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਕਿਸਾਨ ਲੀਡਰਸ਼ਿਪ ਨੇ, ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਖਾਸ ਕਰਕੇ ਸਵਾਲ, ਕਿਉਂਕਿ ਉਹ ਹੀ ਪਹਿਲਾਂ ਗਏ ਸੀ ਪਿੰਡਾਂ 'ਚ, ਜੇ ਬਾਕੀ ਤੇ ਗਏ ਨਹੀਂ, ਉਦੋਂ ਆਪੋ ਆਪਣੀ ਲੜਾਈ ਚੁਲਝੇ ਹੋਏ ਨੇ। ਸੁਖਬੀਰ ਬਾਦਲ ਹੋਰਾਂ ਨੇ ਪਹਿਲ ਕੀਤੀ ਔਰ ਸਭ ਤੋਂ ਪਹਿਲਾਂ ਸਿਆਸੀ ਐਕਟੀਵਿਟੀ ਉਹਨਾਂ ਹੀ ਸ਼ੁਰੂ ਕੀਤੀ ਸੀ, ਤੇ ਉਹਨਾਂ ਨੂੰ ਹੀ ਇਹਨਾਂ ਸਵਾਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਕੱਲਾ ਸਵਾਲ ਇਹ ਨਹੀਂ ਸੀਗਾ ਕਿ ਤੁਸੀਂ ਇੰਨੀ ਕਾਹਲੀ ਕਿਉਂ ਕਰ ਰਹੇ ਹੋ ਜੇ 6 ਮਹੀਨੇ ਪਏ ਨੇ ਇਲੈਕਸ਼ਨ ਦੇ, ਇਹ ਇੱਕ ਥਾਂ ਆਪਣੀ ਤਾਂ ਵੱਡੀ ਗੱਲ ਹੈ, ਪਰ ਇਹਦੇ ਨਾਲ ਦੀ ਨਾਲ ਬਾਕੀ ਸਵਾਲ ਵੀ ਸੀਗੇ ਕਿ ਤੁਸੀਂ ਉਸ ਸਰਕਾਰ ਦੇ ਪਾਰਟਨਰ ਰਹੇ ਹੋ, ਤੁਸੀਂ ਉਸ ਕੈਬਨਿਟ ਕਮੇਟੀ ਵਿੱਚ ਹਿੱਸੇਦਾਰ ਰਹੇ ਹੋ, ਤੁਸੀਂ 2 ਮਹੀਨੇ ਤੱਕ ਬਾਅਦ ਵਿੱਚ ਵੀ ਉਹਨਾਂ ਦੀ ਵਕਾਲਤ ਕਰਦੇ ਰਹੇ ਹੋ, ਤੁਸੀਂ 10 ਸਾਲ ਰਾਜ ਕਰਕੇ ਗਏ ਹੋ, ਤੁਸੀਂ ਉਹਨਾਂ ਸਮੇਂ 'ਚ ਕੀ ਕੀਤਾ? ਬਹੁਤ ਸਾਰੇ ਸਵਾਲ ਨੇ ਕਿਸਾਨਾਂ ਦੇ। ਕੀ ਇਹ ਸਾਰੇ ਸਵਾਲ ਵੀ ਵਿਚਾਰੇ ਜਾਣਗੇ? ਕੀ 4.5 ਸਾਲਾਂ ਦਾ ਲੇਖਾ ਜੋਖਾ ਕੈਪਟਨ ਸਰਕਾਰ ਦਾ ਉਹਨਾਂ ਵੱਲੋਂ ਭੇਜੇ ਵਿਅਕਤੀਆਂ ਕੋਲੋਂ ਮੰਗਿਆ ਜਾਏਗਾ, ਜਾਂ ਸਿੱਧੂ ਸਾਹਿਬ ਕਿਤੇ ਕਹਿ ਦੇਣਗੇ ਕਿ ਮੈਂ ਤਾਂ ਕੱਲ ਬਣਿਆ ਜੀ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪ ਨਾਰਾਜ਼ ਹਾਂ?
ਕੀ ਉਹਨਾਂ ਕੋਲੋਂ ਵੀ ਇਹ ਸਵਾਲ ਹੋਣਗੇ? ਸੁਖਬੀਰ ਬਾਦਲ ਹੋਰਾਂ ਦੇ ਸਵਾਲ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ। ਤੇ ਆਮ ਆਦਮੀ ਪਾਰਟੀ ਕੋਲ ਸਵਾਲ ਬਣਦੇ ਆ ਕਿ ਬੜੇ ਵੱਡੇ ਤੁਸੀਂ ਨਾਅਰੇ ਦੇ ਕੇ ਆਏ ਸੀ, ਤੁਸੀਂ ਤੇ ਰਵਾਇਤੀ ਪਾਰਟੀਆਂ ਤੋਂ ਵੀ ਗਾਂਹ ਗਰਕ ਗਏ, ਤੁਸੀਂ ਤੇ ਕੀ ਡਰਾਮੇ ਦਿਖਾਏ, 20 ਬੰਦੇ ਵੀ ਇਕੱਠੇ ਨਹੀਂ ਰਹਿ ਸਕੇ ਤੇ ਤੁਹਾਡੇ ਪੱਲੇ ਨਾ ਕੁਝ ਰਿਹਾ ਤੇ ਨਾ ਤੁਸੀਂ ਪੰਜਾਬ ਦੇ ਪੱਲੇ ਕੁਝ ਰਹਿਣ ਦਿੱਤਾ, ਤੁਹਾਡੇ ਤੋਂ ਉਮੀਦਾਂ ਪਾਲੀਆਂ ਸੀ। ਕੀ ਇਹ ਸਿਆਸੀ ਸਵਾਲ ਵੀ ਉਹਨਾਂ ਸਾਹਮਣੇ ਹੋਣਗੇ? ਦੇਖੋ ਬਹੁਤੀ ਪੋਸੀਬਿਲਿਟੀ ਜਿਹੜੀ ਇਸ ਗੱਲ ਦੀ ਹੈ ਕਿ ਇਸ ਗੱਲ ਵੱਲ ਬਹੁਤਾ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਵੀ ਤੁਸੀਂ ਆਪ ਦੀ ਸਿਆਸਤ ਜਿਹੜੀ ਕਰ ਰਹੇ ਹੋ ਕਰੋ, ਤੁਹਾਡੇ ਤੇ ਡੈਮੋਕ੍ਰੇਟਿਕ ਆਪਣਾ ਸੈਟਅਪ ਹੈ, ਇਹਦੇ 'ਚ ਕਿਸੇ ਤੇ ਕੋਈ ਰੋਕ ਲਾਈ ਜਾ ਸਕਦੀ ਹੈ ਵੀ ਪਰ ਘੱਟੋ ਘੱਟ ਜਿਹੜੀ ਚੋਣਾਂ ਦੇ ਐਲਾਨ ਹੋਣ ਤੱਕ ਆਪਣੀਆਂ ਇੱਦਾਂ ਦੀਆਂ ਸਰਗਰਮੀਆਂ ਨਾ ਕਰੋ। ਬਹੁਤੀ ਗੱਲ ਤਾਂ ਇੱਥੇ ਕੇਂਦਰਿਤ ਰਹਿਣੀ ਹੈ, ਪਰ ਗੱਲਾਂ ਤੋਂ ਗੱਲਾਂ ਨਿਕਲਦੀਆਂ ਹੁੰਦੀਆਂ ਜਦੋਂ ਕੋਈ ਦਾਅਵਾ ਕਰੇਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਤਰਜਮਾਨ ਜਾਂ ਕੋਈ ਵੀ ਨੁਮਾਇੰਦਾ ਇਹ ਦਾਅਵਾ ਕਰੇਗਾ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਹੈ, ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹੈ, ਫਿਰ ਲਾਜ਼ਮੀ ਤੌਰ ਦੇ ਉੱਤੇ ਮੈਂ ਵਿਵਾਦ ਤਾਂ ਨਹੀਂ ਕਹਿੰਦਾ, ਸੰਵਾਦ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕੇਗੀ ਵੀ ਜੇ ਤੁਸੀਂ ਨਾਲ ਹੋ ਤਾਂ ਫਿਰ ਉਹ ਦਿਨ ਵੀ ਤੁਹਾਨੂੰ ਯਾਦ ਰੱਖਣੇ ਚਾਹੀਦੇ ਆ ਜਦੋਂ ਤੁਸੀਂ ਸਪੋਰਟ ਕੀਤਾ, ਸਰਕਾਰ ਚੁਣਿਆ, 2 ਮਹੀਨੇ ਪ੍ਰਚਾਰ ਕਰੇਗੀ। ਇੱਦਾਂ ਹੀ ਸੰਵਾਦ ਤਾਂ ਚੱਲੇਗਾ ਆਮ ਆਦਮੀ ਪਾਰਟੀ ਨਾਲ ਵੀ ਤੇ ਕਾਂਗਰਸ ਨਾਲ ਵੀ। ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਬੜੀ ਨਹੀਂ ਹੋ ਸਕਦੇ ਇਹ ਕਹਿ ਕੇ ਕਿ ਮੈਂ ਤਾਂ ਹੁਣ ਪ੍ਰਧਾਨ ਬਣਿਆ, ਗੱਲ ਪ੍ਰਧਾਨ ਬਣਦੀ ਨਹੀਂ ਹੈ। ਮੰਤਰੀ ਵੀ ਰਹੇ ਆ, MLA ਵੀ ਰਹੇ ਆ, MLA ਤਾਂ ਹੈਗੇ ਆ, ਮੰਤਰੀ ਵੀ ਰਹੇ ਆ, ਕਾਂਗਰਸ ਮੈਨ ਨੇ ਜਿਹੜੇ 60 ਸਾਲ ਤੋਂ 6 ਸਾਲ ਤੋਂ। ਇਸ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਪ੍ਰਧਾਨ ਬਣਦਾ ਤਾਂ ਉਹਦੀ ਜਵਾਬਦੇਹੀ ਬਣਦੀ ਹੈ। ਜੇ ਕੋਈ ਕਾਂਗਰਸ ਪਾਰਟੀ ਦਾ ਸਧਾਰਨ ਮੈਂਬਰ ਵੀ ਹੈ ਤੇ ਐਕਟਿਵ ਹੈ, ਸਵਾਲ ਤਾਂ ਉੱਤੇ ਵੀ ਬਣਦੇ ਆ ਕਾਂਗਰਸ ਪਾਰਟੀ ਦੀ ਅਪਰੋਚ ਕੀ ਆ ਭਾਈ। ਸੋ ਮੈਨੂੰ ਲੱਗਦਾ ਇਹ ਕੋਈ ਗੱਲਾਂ ਉੱਠਣਗੀਆਂ, ਪਰ ਮੈਨੂੰ ਲੱਗਦਾ ਇਹ ਬਹਿਸ ਬਹੁਤੀ ਇੱਧਰ ਨੂੰ ਡਾਈਵਰਟ ਨਹੀਂ ਹੋਏਗੀ। ਬਹੁਤਾ ਧਿਆਨ ਇਸ ਗੱਲ ਤੇ ਕੇਂਦਰਿਤ ਕੀਤਾ ਜਾਏਗਾ ਕਿ ਹਾਲ ਫਿਲਹਾਲ ਜੇ ਤੁਸੀਂ ਸੱਚਮੁੱਚ ਕਿਸਾਨ ਅੰਦੋਲਨ ਦੇ ਪੱਖ 'ਚ ਤਾਂ ਫਿਰ ਇਹ ਜਿਹੜੀਆਂ ਇਹ ਆਪਣੀਆਂ ਸਰਗਰਮੀਆਂ, ਜਨਤਕ ਸਰਗਰਮੀਆਂ ਜਿਹੜੀਆਂ ਉਹਨਾਂ ਨੂੰ ਰੋਕੋ ਆਪਣੇ ਪਾਸੇ, ਕਿਉਂਕਿ ਟਕਰਾਅ ਦੀ ਸਥਿਤੀ ਜਦੋਂ ਪੈਦਾ ਹੋਣੀ ਜੀ, ਜਦੋਂ ਟਕਰਾਅ ਦੀ ਸਥਿਤੀ ਪੈਦਾ ਹੋਣੀ ਹੈ ਤਾਂ ਚਾਹੁੰਦਾ ਹੈ ਕੇਂਦਰ ਚਾਹੁੰਦਾ ਹੈ ਵੀ ਇੱਥੇ ਸਥਿਤੀ ਬਣੇ ਟਕਰਾਅ ਵਾਲੀ ਪੰਜਾਬ ਦੇ ਵਿੱਚ। ਸਪੈਸ਼ਲੀ ਕੇਂਦਰ ਦੀ ਨਜ਼ਰ ਕਿਸੇ ਹੋਰ ਚੀਜ਼ ਤੇ ਹੈ, ਕੇਂਦਰ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦਾ, ਪੰਜਾਬ ਕੰਟਰੋਲ 'ਚ ਆ ਨਹੀਂ ਰਿਹਾ ਕੇਂਦਰ ਤੇ। ਇਸੇ ਕਰਕੇ ਗਵਰਨਰ ਜਿਹੜਾ ਤਾਮਿਲਨਾਡੂ ਤੋਂ ਲਿਆਂਦਾ ਗਿਆ ਇੱਕ ਨਵੀਂ ਖੇਡ ਰਚੀ ਜਾ ਰਹੀ ਹੈ, ਉਹ ਖੇਡ ਲਈ ਜ਼ਮੀਨ ਮੁਹੱਈਆ ਹੁੰਦੀ ਹੈ ਜੇ ਟਕਰਾਅ ਪੈਦਾ ਹੁੰਦਾ ਪੰਜਾਬ ਦੇ ਵਿੱਚ। ਸੋ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਰਹੇਗੀ, ਬਹੁਤਾ ਫੋਕਸ ਇੱਥੇ ਰਹੇਗਾ। ਕਈ ਵਾਰ ਦਿਸਾਂਝ ਸਾਹਿਬ ਕਾਫੀ ਸਾਰੀਆਂ ਖਬਰਾਂ ਨੇ, ਵੈਸੇ ਪੰਜਾਬ ਦੀਆਂ ਸਿਆਸੀ ਖਬਰਾਂ ਵਿੱਚ ਕਾਫੀ ਨੇ, ਗਵਰਨਰ ਰੈਗੂਲਰ ਕਰ ਦਿੱਤੇ ਗਏ ਨੇ, ਪੁਰੀ ਸਾਹਿਬ ਨੂੰ ਪੰਜਾਬ ਦਾ BJP ਨੇ ਇੰਚਾਰਜ ਲਾ ਦਿੱਤਾ ਆ, 2-4 ਖਬਰਾਂ ਹੋਰ ਵੀ ਆ, ਲਾਲ ਸਿੰਘ ਰਾਣੂ ਐਕਟਿੰਗ CM ਦੀਆਂ ਪਾਵਰਾਂ ਦੇ ਦਿੱਤੀਆਂ ਨੇ ਕੈਪਟਨ ਸਾਹਿਬ ਨੇ, ਉੱਤੇ ਵੀ ਚਰਚਾ ਕਰਨੀ ਅਸੀਂ। ਨਵਜੋਤ ਸਿੱਧੂ ਹੋਰੀ ਖਾਮੋਸ਼ ਨੇ ਕਈ ਦਿਨਾਂ ਦੇ, ਉਹ ਕਹਿੰਦੇ ਆ ਕਿ ਬੜੇ ਬਿਜ਼ੀ ਨੇ ਆਪਣਾ ਟੀਮ ਬਣਾਉਣ ਦੇ ਵਿੱਚ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਵੇਂ ਸਿਰੇ ਤੋਂ ਆਪਣੀ ਜਿਹੜੇ ਲੀਡਰਸ਼ਿਪ ਹੈ ਉਹਦਾ ਚ ਉਹਨਾਂ ਨੇ ਚੇਂਜ ਕਰਨਾ, ਕੁਝ ਉਹਦੇ 'ਚ ਰੁੱਝੇ ਹੋਏ ਨੇ। ਹੋਰ ਇਦਾਂ ਬਹੁਤ ਸਾਰੀਆਂ ਖਬਰਾਂ, ਪਰ ਜਿਹੜੀ ਖਬਰ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਕਈ ਵਾਰ ਲੱਗਦਾ ਹੁੰਦਾ ਆ ਕਿ ਕਈ ਵਾਰ TV ਚੈਨਲ ਵੀ ਬੁਲਾ ਲੈਂਦੇ ਨੇ ਕੁਝ ਵਿਅਕਤੀਆਂ ਨੂੰ, ਕੁਝ ਕਿਤੇ ਅਫੀਸ਼ੀਅਲ ਬੁਲਾਰੇ ਹੁੰਦੇ ਨੇ ਪਾਰਟੀਆਂ ਦੇ, ਉਹਨਾਂ ਦੀ ਇੰਨੀ ਕੁ ਗੱਲ ਹੁੰਦੀ ਆ ਕਿ ਉਹ ਨੋਮੀਨੇਟ ਕੀਤੇ ਹੁੰਦੇ ਨੇ, ਉਹਨਾਂ ਨੇ ਆਪਣੀ ਪਾਰਟੀ ਨੂੰ ਪ੍ਰੋਟੈਕਟ ਕਰਨਾ ਹੀ ਹੁੰਦਾ ਆ। ਪਰ ਕਈ ਵਾਰ ਮੈਂ ਵੇਖਦਾ ਬੜੇ ਸਧਾਰਨ ਲੈਵਲ ਦੇ ਵਰਕਰ ਵੀ ਹੁੰਦੇ ਉਹ ਪਾਰਟੀ ਦੇ, ਉਹ ਬੜੇ ਹੋਪ ਕੇ ਕਹਿਣਗੇ ਸਾਡੀ ਸਰਕਾਰ, ਮੇਰੀ ਸਰਕਾਰ, ਹਾਲਾਂਕਿ ਉਹਨਾਂ ਦਾ ਸਰਕਾਰ ਨਾਲ ਕੋਈ ਦੂਰ ਦਾ ਵਾਸਤਾ ਨਹੀਂ ਹੁੰਦਾ, ਸਵਾਏ ਵੀ ਇੱਕ ਵੋਟਰ ਦੀ ਸਿਹਤ ਹੁੰਦੀ ਹੈ ਉਹਨਾਂ ਕੋਲ ਵੀ, ਤੇ ਉਹ ਸਿਰਫ ਆਪਣੇ ਬਿੱਲਾ ਹੀ ਲਾਇਆ ਹੁੰਦਾ ਕਿ ਮੈਂ ਅਕਾਲੀ ਹਾਂ, ਮੈਂ ਕਾਂਗਰਸੀ ਹਾਂ, ਤੇ ਉਹ ਕਾਂਗਰਸ ਨੂੰ ਜਾਂ ਸਰਕਾਰ ਨੂੰ ਪ੍ਰੋਟੈਕਟ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਜਾਂਦੇ, ਸ਼ਬਦਾਂ 'ਚ ਲੜਨ ਲੱਗ ਪੈਂਦੇ, ਲੋਕਾਂ ਨਾਲ ਬਹਿਸ ਤਿੱਖੀ ਸੁਰ 'ਚ ਕਰਦੇ ਆ। ਤੇ ਉਹ ਵਿਅਕਤੀ ਪਤਾ ਨਹੀਂ ਕਿਹੜੇ ਭਰਮ 'ਚ ਹੁੰਦੇ ਆ, ਕਿਉਂਕਿ ਕੋਈ ਨਾ ਕਿਸੇ ਪਾਲਿਸੀ 'ਚ ਹੁੰਦੇ ਆ, ਉਹ ਜਿਹੜਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਨਾ 13 ਚੋਂ, ਉਹੋ ਜਿਹੇ ਵਿਅਕਤੀ ਵੀ ਹੁੰਦੇ ਆ। ਪਰ ਉਹ ਸਾਡੀ ਸਰਕਾਰ, ਮੇਰੀ ਸਰਕਾਰ ਐਂ ਕਹਿਣਗੇ ਜਿੱਦਾਂ ਉਹ ਸਰਕਾਰ ਦੇ ਮੁਖੀਏ ਹੁੰਦੇ ਆ। ਤੇ ਕਿਤੇ ਇਦਾਂ ਦਾ ਹੀ ਇੱਥੇ ਨਾ ਹੋ ਜੇ ਕਿ ਜਿਹੜੇ ਵਿਅਕਤੀ ਭੇਜਤੇ ਉਹਨਾਂ ਕੋਲ ਕੋਈ ਤਾਕਤ ਹੀ ਨਾ ਹੋਵੇ, ਪਾਲਿਸੀ ਮੇਕਿੰਗ 'ਚ ਉਹਨਾਂ ਦਾ ਕੋਈ ਰੋਲ ਹੀ ਨਾ ਹੋਵੇ, ਤੇ ਉਹ ਕਿਸਾਨਾਂ ਨਾਲ ਵਾਅਦੇ ਵੀ ਕਰਕੇ ਚੱਲ ਜਾਣ, ਗੱਲਾਂ ਬਾਤਾਂ ਦਾ ਕਰ ਜਾਣ, ਤੇ ਮੁੜ ਕੇ ਉਹਨਾਂ ਦੀ ਕੋਈ ਸੁਣਵਾਈ ਹੋਵੇ ਨਾ, ਉਹਨਾਂ ਦੀ ਲੀਡਰਸ਼ਿਪ, ਕੋਰ ਕਮੇਟੀਆਂ ਜਿਹੜੀਆਂ ਉਹ ਉਹਨਾਂ ਗੱਲਾਂ ਨੂੰ ਗੋਲਣ ਹੀ ਨਾ, ਤੇ ਫੇਰ ਕੀ ਹੋਊਗਾ? ਇਹ ਦੇਖੋ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, ਉਹਦੇ 'ਚ ਗੱਲਾਂ ਵਿਚਾਰੀਆਂ ਗਈਆਂ। ਕੱਲ੍ਹ ਕੋਰ ਕਮੇਟੀ ਦੀ ਮੀਟਿੰਗ ਸੀ ਸ਼੍ਰੋਮਣੀ ਅਕਾਲੀ ਦਲ, ਜੋ ਗੱਲਾਂ ਵਿਚਾਰਨ ਤੋਂ ਬਾਅਦ ਇਹ ਖਬਰ ਨਿਕਲ ਕੇ ਆਈ ਹੈ ਵੀ ਅਕਾਲੀ ਦਲ ਨੇ ਫੈਸਲਾ ਕਰ ਲਿਆ
ਵੀ ਅਸੀਂ ਕਿਸਾਨਾਂ ਦੇ ਨਾਲ ਟਕਰਾਅ ਨਹੀਂ ਪੈਦਾ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਪੋਲੀਟੀਕਲੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਜੇ ਕਿਸਾਨਾਂ ਦੇ ਨਾਲ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਇਸੇ ਕਰਕੇ ਪੋਸਟਪੋਨ ਕਰਨ ਦੇ ਮਜਬੂਰ ਹੋਏ ਆ ਸੁਖਬੀਰ ਬਾਦਲ ਆਪਣੀ ਯਾਤਰਾ ਨੂੰ। ਭਾਵੇਂ ਹੋ ਸਕਦਾ ਪਹਿਲਾਂ ਜਿਹੜੀ ਯਾਤਰਾ ਜਿਹੜੀ ਪਲਾਨ ਕੀਤੀ ਗਈ ਸੀ ਉਹਦੇ 'ਚ ਦੇਖਣ ਨੂੰ ਸਾਨੂੰ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਰਿਸ਼ਤਾ ਉਹਨਾਂ ਦਾ ਟੁੱਟ ਚੁੱਕਾ, ਪਰ ਹੋ ਸਕਦਾ ਕੋਈ ਨਾ ਕੋਈ ਤੈਅ ਹੈ ਨੀਤੀ ਦੇ ਤਹਿਤ ਉਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਈ, ਤੇ ਪਰ ਬਾਅਦ 'ਚ ਜਦ ਜ਼ਿੰਮੇਵਾਰੀ ਪੈਣ ਲੱਗੀ ਵੀ ਸੁਖਬੀਰ ਬਾਦਲ ਹੋ ਰਹੀ ਇਹਦੇ ਲਈ ਜ਼ਿੰਮੇਵਾਰ ਨੇ ਜੋ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ ਬਣ ਰਹੀ ਹੈ, ਤਾਂ ਉਹਨਾਂ ਨੇ ਉਹ ਆਪਣੀ ਯਾਤਰਾ ਪੋਸਟਪੋਨ ਕੀਤੀ। ਤੇ ਕੋਰ ਕਮੇਟੀ ਨੇ ਫੈਸਲਾ ਕੀਤਾ, ਜੋ ਸਾਡੇ ਕੋਲ ਜਾਣਕਾਰੀ ਹੈ ਕੁਝ ਲੀਡਰਾਂ ਨਾਲ ਜਿਹੜੀ ਗੱਲਬਾਤ ਹੋਈ ਆ ਸਾਡੇ ਸਰੋਤ ਜਿਹੜੇ ਦੱਸਦੇ ਆ ਕਿ ਉਹ ਕਿਸਾਨਾਂ ਦੀ ਗੱਲ ਨੂੰ ਮੰਨਣਗੇ। ਤੇ ਬਾਕੀ ਵੀ ਹੁਣ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਤੋਂ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਤੇ ਇਹ ਕਿਸੇ ਵੀ ਧਿਰ ਦੀ ਕਿਸੇ ਵੀ ਸਿਆਸੀ ਧਿਰ ਦੀ ਘੱਟੋ ਘੱਟ ਹੁਣ ਇੰਨੀ ਹਿੰਮਤ ਨਹੀਂ ਹੈ ਵੀ ਕਿਸਾਨਾਂ ਦੇ ਨਾਲ ਆਪਣਾ ਨੁਮਾਇੰਦਾ ਭੇਜਿਆ ਹੋਵੇ, ਕਿ ਕਿਸਾਨਾਂ ਦੇ ਨਾਲ ਕੋਈ ਸਹਿਮਤੀ ਬਣ ਗਈ ਹੋਵੇ ਤੇ ਉਹ ਸਹਿਮਤੀ ਜਿਹੜੀ ਆ ਪ੍ਰੈਸ ਦੇ ਵਿੱਚ ਵੀ ਚਲੀ ਹੋਵੇ, ਇਹਦੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੋਣ। ਕਿ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਵੀ ਹੈ ਤੇ ਚੈਨਲ ਵੀ ਬੜੇ ਹੈਗੇ ਆ, ਤੇ ਨਾਲ ਦੀ ਨਾਲ ਸਾਰੀ ਦੁਨੀਆ 'ਚ ਸਾਰੀ ਖਬਰ ਪਹੁੰਚ ਗਈ ਹੋਵੇ ਤੇ ਦੂਏ ਦਿਨ ਇਹਨੂੰ ਕੋਈ ਕੰਡੈਮ ਕਰ ਦੇਵੇ, ਕੋਈ ਵੀ ਪੋਲੀਟੀਕਲ ਪਾਰਟੀ ਕਵੇ ਨਹੀਂ ਇੱਦਾਂ ਨਹੀਂ ਜੀ ਅਸੀਂ ਨਹੀਂ ਇਹ ਗੱਲ ਨੂੰ ਇੱਦਾਂ ਮੰਨਦੇ, ਇੱਦਾਂ ਪੋਸੀਬਿਲਿਟੀ ਨਹੀਂ ਹੈ। ਕਿਉਂਕਿ ਜਿਸ ਮੁਕਾਮ 'ਤੇ ਇਸ ਵੇਲੇ ਸਾਰੇ ਹਾਲਾਤ ਪਹੁੰਚੇ ਹੋਏ ਨੇ, ਇੱਥੇ ਤੁਸੀਂ ਫੈਸਲਾ ਤੁਹਾਡਾ ਨੁਮਾਇੰਦਾ ਕੋਈ ਜਿਹੜਾ ਮੰਨ ਕੇ ਆ ਜਾਂਦਾ, ਤੁਸੀਂ ਉਹਨੂੰ ਆਫੀਸ਼ੀਅਲੀ ਭੇਜਿਆ ਹੋਇਆ ਤੇ ਉਹਨੂੰ ਤੁਸੀਂ ਮੁੜ ਕੇ ਰਿਵਰਸ ਨਹੀਂ ਕਰ ਸਕਦੇ, ਫਿਰ ਉਹ ਸਾਰੀ ਜ਼ਿੰਮੇਵਾਰੀ ਉਸ ਧਿਰ 'ਤੇ ਆ ਪੈਣੀ ਹੈ। ਤੇ ਕੋਈ ਵੀ ਧਿਰ ਇਸ ਵੇਲੇ ਆਪਣੇ ਆਪ ਨੂੰ ਖਲਨਾਇਕ ਨਹੀਂ ਬਣਾਉਣਾ ਚਾਹੁੰਦੀ, ਤੇ ਹਰ ਧਿਰ ਇਹ ਚਾਹੁੰਦੀ ਹੈ ਵੀ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਹੈ, ਜਿਹੜਾ ਸਿੱਧੇ ਤੌਰ ਦੇ ਉੱਤੇ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਦਿਖਾਈ ਦੇਣਾ, ਉਹਦੇ ਤੋਂ ਬਚਿਆ ਜਾਏ। ਉਹ ਅਸਰ ਜਿਹੜਾ ਨੈਗੇਟਿਵਲੀ ਮਤਲਬ ਕਿਸੇ ਧਿਰ ਨੂੰ ਵੱਡਾ ਨੁਕਸਾਨ ਨਾ ਪਹੁੰਚਾਏ, ਇਸ ਗੱਲ ਤੋਂ ਸਾਰੇ ਬਚਣਾ ਚਾਹੁੰਦੇ। ਇਹ ਨਹੀਂ ਪੋਸੀਬਿਲਿਟੀ ਕਿ ਕੋਈ ਸਹਿਮਤੀ ਬਣੀ ਹੋਵੇ ਮੀਟਿੰਗ ਦੇ ਵਿੱਚ ਤੇ ਉਸ ਸਹਿਮਤੀ ਤੋਂ ਬਾਅਦ ਆਪਣੀ ਸਹਿਮਤੀ ਜਿਹੜੀ ਆ ਉਹ ਵਾਪਸ ਲੈ ਲਿਆ ਜਾਏ, ਇਹਦਾ ਸੰਭਾਵਨਾ ਘੱਟ ਹੈ। ਦਸਾਂਝ ਸਾਹਿਬ, ਕੁਝ ਦਿਨਾਂ ਤੋਂ ਸਪੈਕੂਲੇਸ਼ਨ ਜੀ ਚੱਲ ਰਹੀ ਸੀ ਕਿ ਪੰਜਾਬ 'ਚ ਜਿੱਦਾਂ ਤਲਖੀ ਵੱਧ ਰਹੀ ਆ ਤੇ ਕੇਂਦਰ ਦੀ ਸਰਕਾਰ ਵੀ ਕੋਈ ਬਹਾਨਾ ਲੱਭ ਰਹੀ ਆ, ਹੋ ਸਕਦਾ ਕਿ ਪੰਜਾਬ 'ਚ ਰਾਸ਼ਟਰਪਤੀ ਰਾਜ, ਆਪਾਂ ਵੀ ਇਹਨਾਂ ਪ੍ਰੋਗਰਾਮਾਂ 'ਚ ਡਿਸਕਸ ਕਰਦੇ ਰਹੇ ਹਾਂ, ਪਰ ਜਿਸ ਤਰੀਕੇ ਨਾਲ ਹੁਣ ਗਵਰਨਰਾਂ ਨੂੰ ਰੈਗੂਲਰ ਕਰ ਦਿੱਤਾ ਗਿਆ, ਤਾਮਿਲਨਾਡੂ ਦੇ ਗਵਰਨਰ ਵੀ ਵੱਖਰੇ ਲਾ ਦਿੱਤੇ ਨੇ, ਤੇ ਪੰਜਾਬ ਦੇ ਵਿੱਚ ਪੁਰੀ ਸਾਹਿਬ ਨੂੰ ਪੰਜਾਬ ਦੇ ਮਾਮਲਿਆਂ ਦਾ ਇੰਚਾਰਜ ਵੀ ਬਣਾ ਦਿੱਤਾ ਆ, ਤੇ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀਆਂ ਕਿਆਸ ਰਾਈਆਂ ਐਵੇਂ ਮਤਲਬ ਖਿਆਲ ਹੀ ਸੀਗਾ ਲੋਕਾਂ ਦਾ, ਪੋਲੀਟੀਕਲੀ ਉਹ ਨਹੀਂ ਸੀ ਗੱਲ ਬਣ ਰਹੀ, ਹੁਣ ਕਿਤੇ ਲੱਗਦਾ ਹੈ ਕਿ ਬੀਜੇਪੀ ਪੋਲੀਟੀਕਲੀ ਪੰਜਾਬ ਦੇ ਵਿੱਚ ਆਪਣੀ ਐਕਟੀਵਿਟੀ ਜਾਰੀ ਰੱਖਣ ਲਈ ਕੋਈ ਪ੍ਰੋਪਰ ਤਰੀਕਾ ਕਰ ਰਹੀ ਆ। ਦੂਜੇ ਪਾਸੇ ਇਹ ਵੀ ਖਬਰ ਮੈਂ ਦੇਖੀ ਆ ਕਿਤੇ ਕਿ ਜਿਹੜੇ ਲਾਲ ਭਰਾਰੀ ਪੁਰਾਣੇ ਪੁਲਿਸ ਅਫਸਰ ਨੇ ਇਕਬਾਲ ਸਿੰਘ ਨੇ, ਉਹਨਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਇਆ, ਯਾਨੀ ਕਿ ਕੁਝ ਪੋਲੀਟੀਕਲ ਤਬਦੀਲੀਆਂ ਜਿਹੀਆਂ ਬੀਜੇਪੀ ਵੱਲੋਂ ਨਜ਼ਰ ਆ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ। ਉਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਕੀ ਉਹ ਉਸ ਚੀਜ਼ ਤੋਂ ਬਚਣ ਲਈ ਕਿ ਕੇਂਦਰ ਸਰਕਾਰ ਤੇ ਇਲਜ਼ਾਮ ਨਾ ਲੱਗੇ ਕਿ ਉਹ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਆ, ਉਹ ਵੀ ਦੂਜੀਆਂ ਪੋਲੀਟੀਕਲ ਪਾਰਟੀਆਂ ਦੀ ਤਰ੍ਹਾਂ ਹੀ ਆਪਣੀ ਪੋਲਿਟਿਕਸ ਕਰਨਾ ਚਾਹੁੰਦੀ ਹੈ ਪੰਜਾਬ 'ਚ? ਦੇਖੋ, ਜਿਹੜੇ ਇੰਚਾਰਜ ਲਾਏ ਗਏ ਨੇ ਉਹ ਤਾਂ ਚਲੋ ਠੀਕ ਹੈ, ਹੁਣ ਕੱਲ੍ਹ ਨੂੰ ਸਥਿਤੀਆਂ ਕੀ ਹੋ ਲੈਂਦੀਆਂ ਉਹ ਤਾਂ ਚਲੋ ਹਰ ਪੋਲੀਟੀਕਲ ਪਾਰਟੀ ਇਹ ਚਾਹੁੰਦੀ ਹੈ ਕਿ ਅਸੀਂ ਬਿਹਤਰ ਪਰਫਾਰਮ ਕਰਨਾ ਹੈ, ਤੇ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਵੀ ਇਹ ਚਾਹੇਗੀ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਕਿ ਉਹਦੇ 'ਚ ਜਿੰਨੀ ਕੁ ਸਾਖ ਬਚਾਈ ਜਾ ਸਕੇ ਬਚਾਈ ਜਾਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਸ਼ਤਾ ਜਿਹੜਾ ਟੁੱਟਾ ਹੈ, ਭਾਵੇਂ ਮੈਂ ਇਹਨੂੰ ਬਾਰ-ਬਾਰ ਇਹ ਗੱਲ ਮੰਨ ਕੇ ਚੱਲਦਾ ਕਿ ਇਹ ਰਿਸ਼ਤਾ ਦਿਖਾਵੇ ਲਈ ਟੁੱਟਾ ਹੈ, ਕਿ ਇਹਨਾਂ ਦਾ ਰਿਸ਼ਤਾ ਟੁੱਟਣਾ ਨਹੀਂ ਹੈ, ਨਾ ਹੀ ਟੁੱਟਾ ਹੈ, ਤੇ ਹੁਣ ਮਜਬੂਰੀ ਦੇ ਵਿੱਚ ਇੱਕ ਦੂਜੇ ਤੋਂ ਵੱਖ ਨੇ, ਪਰ ਉਹ ਵੱਖ ਹੋਣਾ ਜਿਹੜਾ ਉਹਨਾਂ ਦਾ ਮਜਬੂਰੀ ਦੇ ਵਿੱਚ ਭਾਵੇਂ ਹੈਗਾ, ਉਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਰਿਵਾਈਵਲ ਲਈ ਬਹੁਤ ਮੁਸ਼ਕਿਲ ਸਥਿਤੀ ਬਣੀ ਹੋਈ ਹੈ। ਸੋ ਹਰ ਪਾਰਟੀ ਚਾਹੁੰਦੀ ਹੈ ਕਿ ਅਸੀਂ ਬਿਹਤਰ ਕਰ ਸਕੀਏ, ਤੇ ਉਹ ਬੀਜੇਪੀ ਦੀ ਵੀ ਕੋਸ਼ਿਸ਼ ਹੈ, ਪਰ ਨਾਲ ਦੀ ਨਾਲ ਕੋਸ਼ਿਸ਼ ਇਹ ਵੀ ਹੈ ਵੀ ਜਿਹੜੇ ਹਾਲਾਤ ਨੇ ਪੰਜਾਬ ਦੇ, ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦਾ ਫੈਸਲਾ ਕਰ ਲਿਆ ਜਾਏ ਵੀ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਰਾਸ਼ਟਰਪਤੀ ਰਾਜ ਦੀ ਸੰਭਾਵਨਾ ਬਣਦੀ ਹੋਵੇ,
ਤਾਂ ਫਿਰ ਕਹਿ ਲਓ ਵੀ ਮਾਇਆ ਗਵਰਨਰ ਜਿਹੜਾ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਭ ਵਾਸਤੇ ਕਰਨਾ ਚਾਹੇਗੀ। ਇੱਦਾਂ ਦੀਆਂ ਸੰਭਾਵਨਾਵਾਂ ਤਾਂ ਪੈਦਾ ਹੋਈਆਂ ਕਿ ਦੋ ਤਿੰਨ ਗੱਲਾਂ ਵਾਪਰ ਗਈਆਂ। ਉਚੇਚ ਦੇ ਨਾਲ ਜਿਹੜਾ ਆਪਾਂ ਜ਼ਿਕਰ ਕਰ ਰਹੇ ਆ ਉਹ ਹੈਗਾ ਰਾਜਪਾਲ ਲਾਉਣਾ, ਤਾਮਿਲਨਾਡੂ ਤੋਂ ਲਿਆ ਕੇ ਉਹਨੂੰ ਲਾਇਆ ਗਿਆ ਤੇ ਸਾਹਿਬ ਜਿਹੜੇ ਆ ਤੇ ਉਹ ਬੜੇ ਘਾਟ ਸਿਆਸਤਦਾਨ ਨੇ, ਪੁਰਾਣੇ ਸਿਆਸਤਦਾਨ ਨੇ ਤੇ ਕਾਂਗਰਸ ਪਾਰਟੀ ਵੱਲੋਂ ਵੀ ਉਹ MP ਬਣੇ ਨੇ, ਮੰਤਰੀ ਵੀ ਰਹੇ ਨੇ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਹੈਗੇ ਸੀਗੇ। ਤੇ ਉਹਨਾਂ ਨੂੰ ਲਾਉਣ ਦਾ ਮਕਸਦ ਇਹ ਹੈ ਵੀ ਉਹ ਪੰਜਾਬ ਨੂੰ ਖੋਲ੍ਹਣਾ ਚਾਹੁੰਦੇ, ਦੇਖਣਾ ਚਾਹੁੰਦੇ ਆ ਵੀ ਪੰਜਾਬ ਦੀ ਸਥਿਤੀ ਕੀ ਹੈ ਤੇ ਇਹਦੇ 'ਚ ਕਿੱਦਾਂ ਦਖਲ ਦਿੱਤਾ ਜਾ ਸਕਦਾ। ਕਿਉਂਕਿ ਉਹਨਾਂ ਨੇ ਆਉਂਦਿਆਂ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਬਕਾਇਦਾ ਗਵਰਨਰ ਹਾਊਸ ਜਾ ਕੇ ਇੱਕ ਵੱਡੇ ਪੰਜਾਬ ਦੇ ਅਫਸਰ ਨੂੰ ਫੋਨ ਕੀਤਾ ਕਿ ਜਿੰਨੀ ਅਫਸਰਸ਼ਾਹੀ ਹੈ ਮੈਂ ਉਹਨਾਂ ਮੀਟਿੰਗ ਕਰਨੀ ਚਾਹੁੰਦਾ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਪਰ ਪੋਸੀਬਿਲਿਟੀ ਤਾਂ ਬਣੂਗੀ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੁਲਾਓ, ਕਿਉਂਕਿ ਅਸੀਂ ਕੰਮ ਤਾਂ ਉਹਨਾਂ ਲਈ ਕਰ ਰਹੇ ਹਾਂ, ਭਾਵੇਂ ਆਰਡਰ ਜਿਹੜਾ ਆ ਉਹ ਸਿੱਧੇ ਤੌਰ ਤੇ ਉੱਤੇ ਕੇਂਦਰ ਤੇ ਮਿਲਿਆ, ਪਰ ਕੰਮ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਲਈ ਕਰ ਰਹੇ ਹਾਂ, ਤੁਸੀਂ ਉਹਨਾਂ ਨੂੰ ਬੁਲਾਓ। ਤੇ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਮੀਟਿੰਗ 'ਚ ਗਏ, ਪੰਜਾਬ ਦੇ ਜਿੰਨੇ ਪ੍ਰਿੰਸੀਪਲ ਸੈਕਟਰੀ ਵਗੈਰਾ ਅਫਸਰਸ਼ਾਹੀ ਸਾਰੀ ਉੱਥੇ ਸੀ ਤੇ ਲੰਬੀ ਗੱਲਬਾਤ ਹੋਈ ਹੈ। ਤੇ ਉਹ ਗੱਲਬਾਤ 'ਚ ਕੀ ਹੋਇਆ, ਕਿੱਦਾਂ ਭਾਗ ਪਿਆ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਟੋਟਲ ਜਿਹੜੀ ਸਿਚੁਏਸ਼ਨ ਉਹਨੂੰ ਦੇਖਿਆ, ਪਰਖਿਆ। ਤੇ ਉਸ ਤੋਂ ਬਾਅਦ ਜਦੋਂ ਦਿੱਲੀ ਗਏ ਤਾਂ ਜਾਂਦੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਸਾਹਿਬ ਦੇ ਰਾਜਪਾਲ ਹੈ। ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਨਰਿੰਦਰ ਮੋਦੀ ਨੂੰ ਇਹ ਜਿਹੜੀ ਐਕਸਰਸਾਈਜ਼ ਹੈ ਇਹ ਕਿਤੇ ਨਾ ਕਿਤੇ ਇੱਕ ਸ਼ੱਕ ਪੈਦਾ ਕਰਦੀ ਹੈ ਕਿ ਇਹ ਤਾਂ ਇੱਦਾਂ ਹੈ ਜਿੱਦਾਂ ਸਪੈਸ਼ਲੀ ਇੱਕ ਰਾਜਪਾਲ ਦੀ ਡਿਊਟੀ ਲਾਈ ਹੋਵੇ ਵੀ ਤੁਸੀਂ ਪੰਜਾਬ ਦੀ ਅਮਨਪੂਰ ਦੀ ਸਥਿਤੀ ਜਾਂ ਪੰਜਾਬ ਕਿਸ ਹਾਲਤ ਤੋਂ ਗੁਜ਼ਰ ਰਿਹਾ ਉਹਦੀ ਰਿਪੋਰਟ, ਤੇ ਉਹ ਰਿਪੋਰਟ ਜਿੱਦਾਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਦੇ ਗਏ ਹੋ। ਇੱਦਾਂ ਕਦੇ ਵੀ ਨਹੀਂ ਹੋਇਆ, ਕੋਈ ਰਾਜਪਾਲ ਨੇ ਕਦੇ ਵੀ ਐਡੀ ਉਦੇਸ਼ ਦੇ ਨਾਲ ਨਹੀਂ ਮਤਲਬ ਅਫਸਰਸ਼ਾਹੀ ਨੂੰ ਬੁਲਾ ਕੇ ਗੱਲਬਾਤ ਕੀਤੀ। ਸਾਨੂੰ ਯਾਦ ਹੈ ਕਿ ਤੁਹਾਨੂੰ ਜ਼ਿਆਦਾ ਪਤਾ 1986 10 ਦਾ ਉਹ ਸਮਾਂ ਜਦੋਂ ਉਸ ਦਾ ਨਾਰਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ, ਉਦੋਂ ਫਿਰ ਜਦੋਂ ਸਰਕਾਰ ਤੋੜੀ ਗਈ, ਰਾਸ਼ਟਰਪਤੀ ਰਾਜ ਲਾਇਆ ਗਿਆ, ਸਿਧਾਰਥ ਸ਼ੰਕਰ ਰੇ ਦੀ ਰਾਹੀਂ ਜਿਹੜਾ ਕੇਂਦਰ ਨੇ ਕਾਂਗਰਸ ਨੇ ਜਿਹੜੀ ਕੀਤਾ ਪੰਜਾਬ 'ਚ, ਫਿਰ ਕਿੰਨਾ ਸਮਾਂ ਸੀ ਰਾਸ਼ਟਰਪਤੀ ਰਾਜ ਭੁਗਤਿਆ। 1992 ਦੇ ਵਿੱਚ ਚੋਣਾਂ ਹੋਈਆਂ ਤੇ ਜਿਹੜੀਆਂ ਜਥੇਬੰਦੀਆਂ ਸੀਗੀਆਂ, ਖਾੜਕੂ ਜਥੇਬੰਦੀਆਂ, ਦਹਿਸ਼ਤਗਰਦਾਂ ਦੀਆਂ ਜਥੇਬੰਦੀਆਂ, ਉਹਨਾਂ ਨੇ ਬਾਈਕਾਟ ਕੀਤਾ ਉਸ ਇਲੈਕਸ਼ਨ ਦਾ, ਬਾਈਕਾਟ ਦਾ ਸੱਦਾ ਦਿੱਤਾ। ਸਾਰੀਆਂ ਪਾਰਟੀਆਂ ਦੇ ਵਿੱਚੋਂ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਉਹ ਬਾਈਕਾਟ ਕਰ ਗਈ ਚੋਣਾਂ ਦਾ ਤੇ 12% ਵੋਟਾਂ ਲੈ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ, ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ। ਉਹ ਦੌਰ ਤੋਂ ਗੁਜ਼ਰੇ ਆਪਾਂ, ਕਿਤੇ ਉਹ ਦੌਰ ਦੁਹਰਾਉਣ ਦੀ ਤਾਂ ਨਹੀਂ ਤਿਆਰੀ ਵੀ ਕੇਂਦਰ ਇੱਕ ਵਾਰ ਫਿਰ ਇੱਦਾਂ ਦੀ ਖੇਡ ਖੇਡੀ, ਭਾਵੇਂ ਉਦੋਂ ਕਾਂਗਰਸ ਸੀ, ਅੱਜ ਭਾਰਤੀ ਜਨਤਾ ਪਾਰਟੀ ਹੈ। ਕਿ ਪੰਜਾਬ ਦੇ ਵਿੱਚ ਕੁਝ ਇੱਦਾਂ ਦਾ ਬਹਾਨਾ ਲਾ ਦਿੱਤਾ ਜਾਏ ਜਦੋਂ ਕੁਝ ਗਰਮੀਆਂ ਹੋ ਰਹੀਆਂ ਨੇ ਪੰਜਾਬ 'ਚ, ਟਕਰਾਅ ਹੋ ਰਹੇ ਨੇ, ਕਿ ਉਹਦਾ ਬਹਾਨਾ ਲਾ ਕੇ ਕਿ ਠੀਕ ਨਹੀਂ, ਇਲੈਕਸ਼ਨ ਡਿਲੇ ਕਰ ਦਿੱਤੀ ਜਾਏ, ਪੋਸਟਪੋਨ ਕਰ ਦਿੱਤੀ ਜਾਏ। ਤੇ ਫਿਰ ਦੋ ਸਥਿਤੀਆਂ ਰਹਿ ਜਾਂਦੀਆਂ ਵੀ ਜਾਂ ਤਾਂ ਜਿਹੜੇ ਮੁੱਖ ਮੰਤਰੀ ਆ ਜਦੋਂ ਤੱਕ ਚੋਣ ਨਹੀਂ ਹੁੰਦੀ ਉਹਨਾਂ ਨੂੰ ਕਾਰਜਵਾਹਕ ਮੰਤਰੀ ਬਣਾਇਆ ਜਾਏ। ਜਿਹੜੀਆਂ ਮੀਟਿੰਗਸ ਜਿਹੜੀਆਂ ਕੈਪਟਨ ਅਮਰਿੰਦਰ ਦੀਆਂ ਵੀ ਰਹੀਆਂ ਅਮਿਤ ਸ਼ਾਹ ਦੇ ਨਾਲ ਤੇ ਆਪਣੇ ਨਰਿੰਦਰ ਮੋਦੀ ਨਾਲ, ਉਹਦੇ ਤੋਂ ਵੀ ਕੁਝ ਸ਼ੰਕੇ ਇੱਦਾਂ ਦੇ ਉੱਪਰਦੇ ਰਹੇ ਜੇ ਕਾਰਜਵਾਹਕ ਮੁੱਖ ਮੰਤਰੀ ਨਹੀਂ ਲਾਉਣਾ ਤੇ ਰਾਸ਼ਟਰਪਤੀ ਰਾਜ ਹੈ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਇਹਦਾ ਕੋਈ ਆਧਾਰ ਬਣ ਰਿਹਾ। ਇਹ ਨਹੀਂ ਕਿ ਇੱਦਾਂ ਹੋਣਾ, ਅਸੀਂ ਕੋਈ ਇਹਦੀ ਪੁਸ਼ਟੀ ਨਹੀਂ ਕਰਦੇ ਇੱਦਾਂ ਹੋਣ ਲੱਗਾ, ਪਰ ਤੁਸੀਂ ਸੰਭਾਵਨਾਵਾਂ ਤਾਂ ਦੇਖਦੇ ਆ ਵੀ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਉਹਦੇ ਕੀ ਅਰਥ ਹੈ। ਉਹਦੇ 'ਚੋਂ ਇੱਦਾਂ ਦਾ ਕੁਝ ਨਿਕਲਦਾ ਦਿਖਾਈ ਦੇ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੱਖ ਨਹੀਂ ਰਿਹਾ ਪੰਜਾਬ। ਜਦੋਂ ਕਿਸੇ ਧਿਰ ਦੇ ਪੱਲੇ ਕੱਖ ਨਾ ਰਵੇ ਤਾਂ ਫਿਰ ਉਹ ਕੋਈ ਨਾ ਕੋਈ ਹੋਰ ਤੌਰ ਤਰੀਕੇ ਜਿਹੜੇ ਆ ਵਰਤ ਕੇ ਫਿਰ ਤੋਂ ਕਿਤੇ ਕਿਤੇ ਸੱਤਾ ਦੇ ਨੇੜੇ ਤੇੜੇ ਜਾਂ ਸੱਤਾ ਦਾ ਕੇਂਦਰ ਬਣਨਾ ਚਾਹੁੰਦੀ। ਬਿਲਕੁਲ ਸਾਹਿਬ ਤੁਸੀਂ ਵਿਸਤਾਰ 'ਚ ਦੱਸ ਦਿੱਤਾ, ਪਰ ਇੱਕ ਖਬਰ ਜਿਹੜੀ ਸਿਆਸੀ ਖਬਰ ਹੋ ਰਿਹਾ, ਫਿਰ ਆਪਾਂ ਕਰਨਾਲ ਵੱਲ ਵੀ ਚੱਲਦੇ ਹਾਂ। ਤੇ ਸਿਆਸੀ ਖਬਰ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਰਾਣੇ CM ਦੀਆਂ ਤਾਕਤਾਂ ਵਰਤਣ ਦਾ ਅਧਿਕਾਰ ਕਿਹਾ ਜਾ ਰਿਹਾ ਹੈ ਕਿ ਲਾਲ ਸਿੰਘ ਰਾਣਾ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਨੇ, ਪੁਰਾਣੇ ਸਿਆਸੀ ਲੀਡਰ ਨੇ, ਉਹਨਾਂ ਦਾ ਨਾਮ ਵੀ ਪ੍ਰਧਾਨਗੀ ਲਈ ਕਈ ਵਾਰ ਆਇਆ ਸੀ ਅੱਗੇ,
ਉਹਨਾਂ ਨੂੰ ਦੇ ਕੇ ਆਪ ਆਪਣੇ ਗੁੱਟ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਪਾਸੇ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸਮਾਂ ਦੇਣਗੇ। ਦੂਜੇ ਪਾਸੇ ਜਿਸ ਦਿਨ ਦੇ ਦਿੱਲੀ ਤੋਂ ਪ੍ਰਿਯੰਕਾ ਗਾਂਧੀ ਨੂੰ ਥੋੜੇ ਸਮੇਂ ਲਈ ਮਿਲ ਕੇ ਮੁੜੇ ਨੇ ਆਪਣੇ ਨਵਜੋਤ ਸਿੱਧੂ ਹੋਣੀ, ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਕੁਝ ਘਟੀਆਂ ਨੇ, ਘੱਟੋ ਘੱਟ ਉਹਨਾਂ ਦੇ ਟਵੀਟ ਜਿਹੜੇ ਉਹ ਬੰਦ ਹੋਏ ਨੇ, ਕੋਈ ਉੱਦਾਂ ਦੀ ਖਬਰ ਉਹਨਾਂ ਵੱਲੋਂ ਨਹੀਂ ਆ ਰਹੀ। ਤੇ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਦਾ ਜਥੇਬੰਦਕ ਢਾਂਚਾ ਜਿਹੜਾ ਆ ਕਾਂਗਰਸ ਦਾ ਉਹਨੂੰ ਨਵਿਆਉਣ ਵਾਲੇ ਪਾਸੇ ਲੱਗੇ ਹੋਏ ਆ, ਇਸ ਕਰਕੇ ਉਹ ਕੋਈ ਐਕਟੀਵਿਟੀ ਉਹਨਾਂ ਦੀ ਨਜ਼ਰ ਨਹੀਂ ਆ ਰਹੀ। ਤੇ ਇੱਕ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਤੋਂ ਬਾਅਦ ਉਹ ਰਹਿਣਗੇ ਮੰਜਾ ਢਾਹ ਕੇ ਆਪਣੇ ਕਾਂਗਰਸ ਭਵਨ 'ਚ, ਕੀ ਅਜੇ ਕੰਟੀਨਿਊ ਚੱਲ ਰਿਹਾ ਉੱਥੇ ਹੁੰਦੇ ਆ। ਤੇ ਦੂਸਰਾ ਇਹ ਜਿਹੜੀਆਂ ਦੋ ਖਬਰਾਂ ਨੇ ਇਹਨਾਂ ਦੇ ਉੱਤੇ ਤੁਸੀਂ ਆਪਣੀ ਟਿੱਪਣੀ ਕਰ ਦਿਓ, ਫਿਰ ਆਪਾਂ ਕਰਨਾਲ ਵਾਲੀ ਖਬਰ ਜਿਹੜੀ ਉੱਤੇ ਗੱਲ ਕਰਾਂਗੇ। ਲਾਲ ਸਿੰਘ ਹੋਰਾਂ ਨੂੰ ਐਕਟਿੰਗ ਸੀਐਮ ਕੈਦਰ ਦੇ ਤਾਕਤਾਂ ਸਾਡੀਆਂ ਟ੍ਰਾਂਸਫਰ ਕਰਨੀਆਂ, ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਹੋ ਸਕਦਾ ਉਹ ਸਮਾਂ ਜਿਹੜਾ ਇਸ ਢੰਗ ਦੇ ਨਾਲ ਮੈਨੇਜ ਕਰਨਾ ਚਾਹੁੰਦੇ ਹੋਣਗੇ ਵੀ ਘੜੀ ਨੂੰ ਕਰਨ ਵੱਲ ਜ਼ਿਆਦਾ ਉਹ ਧਿਆਨ ਦੇਣ। ਜਦਕਿ ਚਾਹੀਦਾ ਇਹ ਆ ਵੀ ਐਜ਼ ਏ ਚੀਫ ਮਿਨਿਸਟਰ ਵੀ ਜਿਹੜੇ ਪੈਂਡਿੰਗ ਕੰਮ ਹੈ ਉਹ ਪੂਰੇ ਕਰਨੇ। ਬਹੁਤੀ ਆਪਣੇ ਆਪ 'ਚ ਮਜ਼ਬੂਤ ਹੋ ਜਾਂਦਾ ਬੰਦਾ, ਜੇ ਤੁਸੀਂ ਜਿਹੜੇ ਤੁਹਾਡੇ ਕੰਮ ਰਹਿੰਦੇ ਆ ਤੁਸੀਂ ਪੂਰਾ ਕਰ ਦਿੰਦੇ ਆ ਸਮਾਂ ਰਹਿੰਦਿਆਂ ਹੋਇਆ, ਤੁਹਾਡੀ ਮਜ਼ਬੂਤੀ ਆਪ ਹੀ ਹੋ ਜਾਂਦੀ ਹੈ। ਮੈਂ ਇਹ ਕਹਿੰਦਾ ਹੁੰਦਾ ਆਮ ਤੌਰ ਦੇ ਉੱਤੇ ਵੀ ਜਿਹੜਾ ਸੱਚ ਹੈ ਉਹਨੂੰ ਇਸ਼ਤਿਹਾਰ ਦੀ ਜ਼ਰੂਰਤ ਨਹੀਂ ਹੁੰਦੀ। ਸੱਚ ਵਾਸਤੇ ਇਸ਼ਤਿਹਾਰ ਨਹੀਂ ਚਾਹੀਦਾ ਹੁੰਦਾ। ਜੇ ਤੁਸੀਂ ਕੋਈ ਕੰਮ ਕੀਤੇ ਆ ਤੇ ਲੋਕਾਂ ਨੂੰ ਪਤਾ ਹੁੰਦਾ ਇਹ ਕੰਮ ਕੀਤੇ, ਮਤਲਬ ਹੁੰਦੇ ਦਾ ਮਤਲਬ ਪਾਪੂਲਰ ਜੇ ਇਹ ਸਟੈਪ ਹੁੰਦੇ ਆ। ਮਤਲਬ ਮੈਂ ਗੱਲ ਕਰਾਂ ਜੀ ਬੱਸਾਂ ਦੀ ਗੱਲ ਕਰਾਂ ਤੇ ਜਿਹੜਾ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਲਈ ਮੁਫਤ ਬੱਸ ਸਰਵਿਸ ਸ਼ੁਰੂ ਕੀਤੀ ਹੈ ਤੇ ਭਾਵੇਂ ਬੱਸਾਂ ਉਸ ਤਾਦਾਦ ਦੇ ਵਿੱਚ ਨਹੀਂ ਹੈਗੀਆਂ ਸਾਡੇ ਕੋਲ, ਪਰ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਆ ਉਹ ਘੰਟਾ 2-2 ਘੰਟਾ ਉਡੀਕਦੀਆਂ ਰਹਿੰਦੀਆਂ ਕਿ ਕਦੋਂ ਸਰਕਾਰੀ ਬੱਸ ਆਊਗੀ, ਉਹ 'ਚ ਬੈਠ ਕੇ ਜਾਵਾਂਗੇ, ਫ੍ਰੀ ਜਾਵਾਂਗੇ, ਮੁਫਤ ਜਾਵਾਂਗੇ। ਇਹਦਾ ਇੱਕ ਅਸਰ ਹੈ ਆਮ ਜਿਹੜਾ ਆਮ ਮਨ ਹੁੰਦਾ, ਆਮ ਬੰਦਾ ਹੁੰਦਾ, ਉਹਦੇ ਦਿਲ 'ਚ ਸ਼ੁਰੂ ਗੱਲ ਆਉਂਦੀ ਆ ਵੀ ਹਾਂ ਅੱਗੇ ਮੇਰੇ 100 ਰੁਪਇਆ ਲੱਗਦਾ ਸੀ ਜੇ ਮੈਂ ਜਲੰਧਰ ਤੋਂ ਚੰਡੀਗੜ੍ਹ ਜਾਂਦੀ ਸੀ ਤੇ ਹੁਣ ਮੈਂ ਮੁਫਤ ਜਾਂਦੀ ਹਾਂ। ਤੇ ਫਿਰ ਉਹ ਇੱਕ ਅਸਰ ਰਹਿੰਦਾ ਤੇ ਉਹਦੇ ਵਾਸਤੇ ਤੁਸੀਂ ਇਸ਼ਤਿਹਾਰ ਜਾਰੀ ਕਰਨ ਦੀ ਲੋੜ ਨਹੀਂ ਕਿ ਮੁਫਤ ਬੱਸ ਸਫ਼ਰ ਔਰਤਾਂ ਲਈ ਕਰ ਦਿਓ। ਜਿਸ ਔਰਤ ਨੇ ਮੁਫਤ ਬੱਸ ਸਫ਼ਰ ਕੀਤਾ ਹੋਊਗਾ ਉਹਦੇ ਮਨ 'ਚ ਜ਼ਰੂਰ ਰਹਿਣਾ ਵੀ ਹਾਂ ਕੈਪਟਨ ਨੇ ਮੈਨੂੰ ਜੀ ਬੱਸ 'ਚ ਚੜ੍ਹਾ ਦਿੱਤਾ। ਤੇ ਉਹ ਫਿਰ ਜਿਹੜਾ ਕਮਿਟਡ ਵੋਟਰ ਨਹੀਂ ਗਾ ਉਹ ਕੁਦਰਤੀ ਉਧਰ ਨੂੰ ਸੁੱਟ ਜਾਂਦਾ। ਹੁਣ ਸੀਐਮ ਦੀਆਂ ਪਾਵਰਸ ਦੇ ਕੇ ਲਾਲ ਸਿੰਘ ਕੀ ਕਰਵਾਉਣਾ ਚਾਹੁੰਦੇ, ਚਾਹੀਦਾ ਤੇ ਇਹ ਸੀ ਵੀ ਆਪ ਜਿਹੜੇ ਪੈਂਡਿੰਗ ਕੰਮ ਨੇ, ਖਾਸ ਤੌਰ ਤੇ ਜਿਹੜੀ ਬਹੁਤ ਵੱਡੀ ਇਸ਼ੂ ਹੈ ਜਿਹਦੇ 'ਤੇ ਬਹੁਤ ਜ਼ਿਆਦਾ ਪੋਲੀਟਿਕਸ ਹੋਈ ਹੈ, ਜਿਸ 'ਚ ਕਾਂਗਰਸ ਦੇ ਅੰਦਰੋਂ ਆਵਾਜ਼ਾਂ ਉੱਠੀਆਂ ਜਾਂ ਉਠਾਈਆਂ ਗਈਆਂ ਜਾਂ ਉਠਾਉਣ ਵਾਸਤੇ ਮਾਹੌਲ ਬਣਾਇਆ ਗਿਆ। ਕਿਉਂਕਿ ਜਿਹੜੀ ਖੇਡ ਖੇਡੀ ਗਈ ਹੈ ਕਾਂਗਰਸ ਦੇ ਅੰਦਰ, ਮੈਨੂੰ ਯਾਦ ਨਹੀਂ ਵੀ ਆਪਾਂ ਕੱਲ੍ਹ ਹਰੀਸ਼ ਰਾਵਤ ਬਾਰੇ ਚਰਚਾ ਕੀਤੀ ਹੈ ਜਾਂ ਨਹੀਂ, ਜਿਹੜਾ ਹਰੀਸ਼ ਰਾਵਤ ਦਾ ਤਾਜ਼ਾ ਬਿਆਨ ਹੈ। ਹਰੀਸ਼ ਰਾਵਤ ਨੇ ਤਾਂ ਉਹ ਸਾਰੀ ਚੀਜ਼ ਐਕਸਪੋਜ਼ ਕਰਤੀ ਜਿਹੜੀ ਅਸੀਂ ਕਹੀ ਹੈ ਇੱਥੇ ਇਸੇ ਪ੍ਰੋਗਰਾਮ ਦੇ ਵਿੱਚ, ਜਦੋਂ ਅਸੀਂ ਇਹ ਚਰਚਾ ਕਰ ਰਹੇ ਸੀ ਹਰਜੀਤ ਗਿੱਲ ਜੀ ਵੀ ਕਾਂਗਰਸ ਪਾਰਟੀ ਨੇ ਕੈਪਟਨ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਇੱਕ ਨਵਾਂ ਜਾਲ ਬੁਣਿਆ। ਤੇ ਹਰੀਸ਼ ਰਾਵਤ ਨੇ ਉਹ ਗੱਲ ਪ੍ਰਮਾਣਿਤ ਕਰਤੀ ਹੈ ਕਹਿ ਕੇ ਕਿ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਝਗੜਾ ਆ ਸੱਤਾ ਵਾਸਤੇ ਸਾਡੇ ਲਈ ਫਾਇਦੇਮੰਦ ਹੈ, ਕਾਂਗਰਸ ਲਈ ਫਾਇਦੇਮੰਦ ਹੈ। ਜਿਹੜੇ ਦੁਖੀ ਹੋਣਗੇ ਕੈਪਟਨ ਤੋਂ ਨਵਜੋਤ ਸਿੰਘ ਸਿੱਧੂ ਦੇ ਬਹਾਨੇ ਸਾਡੀ ਕਾਂਗਰਸ ਆ ਜਾਣਗੇ, ਵਾਪਸ ਕਰਨਗੇ। ਐਕਸਪੋਜ਼ ਕੀਤਾ ਹਰੀਸ਼ ਰਾਵਤ ਨੇ ਆਪਣੀ ਹਾਈ ਕਮਾਂਡ ਤੇ ਜਿਹੜੀ ਗੱਲ ਅਸੀਂ ਕਹੀ ਉਹ ਪੂਰੀ ਵੀ ਹੋਈ ਕਿ ਅਲਟੀਮੇਟਲੀ ਹੁਣ ਜਿਹੜੀ ਸਥਿਤੀ ਹੈ ਉਹਦੇ 'ਚ ਠੀਕ ਆ, ਇੱਕ ਤਾਂ ਧੜੇਬਾਜ਼ੀ ਆਪਣੀ ਥਾਂ ਦੇ ਉੱਤੇ ਆ, ਥਾਪੜੇ ਆਪਣੀ ਥਾਂ ਦੇ ਉੱਤੇ ਆ ਤੇ ਇਸ ਵੇਲੇ ਤਾਂ ਪੋਲੀਟੀਕਲੀ ਜਿਹੜਾ ਕਾਂਗਰਸ ਪਾਰਟੀ ਦੇ ਅੰਦਰ ਜੇ ਵੈਸੇ ਗੱਲ ਕਰਨੀ ਹੋਵੇ ਤਾਂ ਕੈਪਟਨ ਅਮਰਿੰਦਰ ਨੇ ਆਪਣਾ ਹੱਥ ਜਿਹੜਾ ਆ ਉੱਤੇ ਕੀਤਾ ਹੋਇਆ, ਹੋਰ ਹੱਥ ਕਿੱਦਾਂ ਸ਼ੁਰੂ ਕਰਨਾ ਚਾਹੁੰਦੇ ਆ। ਖਬਰਾਂ ਇਹ ਹੈ ਕਿ ਜਿਹੜੇ 4 ਨਾਰਾਜ਼ ਮੰਤਰੀ ਸੀ ਉਹਨਾਂ 'ਚ 2 ਮੰਤਰੀ ਜਿਹੜੇ ਆ ਉਹ ਤਰਲੇ ਮਾਰਨ ਤੱਕ ਆ ਗਏ ਆ ਵੀ ਸਾਨੂੰ ਤੁਸੀਂ ਵਾਪਸ ਲੈ ਲਓ ਤੇ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਸਾਫ਼ ਵਿਰੋਧ ਕੀਤਾ ਹੋਇਆ। ਤੇ ਬਾਅਦ 'ਚ ਇਹ ਖਬਰ ਵੀ ਆਈ ਕਿ 4 ਮੰਤਰੀ ਕਹਿੰਦੇ ਆ ਵੀ ਅਸੀਂ ਵਾਪਸ ਆਉਣ ਨੂੰ ਤਿਆਰ ਹਾਂ, ਸਾਨੂੰ ਇੱਕ ਵਾਰੀ ਮੀਟਿੰਗ ਦਾ ਸਮਾਂ ਦੇ ਦਿਓ। ਯਾਨੀ ਕੈਪਟਨ ਦਾ ਹੱਥ ਉੱਤੇ ਦਿਖਾਈ ਦੇ ਰਿਹਾ, ਪਰ ਕਿਉਂਕਿ ਇੱਕ ਬਾਜਵਾ ਖੇਡ ਖੇਡੀ ਗਈ ਆ ਪੰਜਾਬ ਕਾਂਗਰਸ ਦੇ ਵਿੱਚ। ਗੁਰਦਾਸਪੁਰ ਜਿਹੜੇ ਆ ਤੁਸੀਂ ਜ਼ਿਆਦਾ ਜਾਣਦੇ ਹੋ ਵੀ ਉੱਥੇ ਜਿਹੜੇ ਬਾਜਵਿਆਂ ਦਾ ਆਪਸੀ ਟਕਰਾਅ ਆ ਉਹਦੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ 4.5 ਸਾਲ ਬਾਅਦ ਤੀਜੇ ਤਰੀਕੇ ਦੇ ਨਾਲ ਆਪਣੇ ਨਾਲ ਲਾ ਲਿਆ ਕੈਪਟਨ। ਤੇ ਜਿਹੜੇ ਹੁਣ ਨਰਿੰਦਰ ਬਾਜਵਾ ਜਾਂ ਇੱਕ ਮੰਤਰੀ ਹੋਰ ਕਰਦੇ ਫਿਰਦੇ ਆ ਤੇ ਉਹ ਜਦੋਂ ਉਹਨੂੰ ਕਹਿੰਦੇ ਆ ਵੀ ਸਾਨੂੰ ਲੈ ਲਓ ਤੇ ਪ੍ਰਤਾਪ ਸਿੰਘ ਬਾਜਵਾ ਹਟ ਜਾਂਦੇ ਆ।
ਵੀ ਸਾਡੇ ਆਹ ਜਿਹੜੇ ਦੇ ਖਿਲਾਫ ਨੇ ਇਸ ਵੇਲੇ ਡਟ ਕੇ ਤੇ ਮੈਂ ਤੇਨਾਂ ਡਟ ਗਿਆ ਭਾਈ ਇਹਨਾਂ ਨੂੰ ਕਿੱਦਾਂ ਲੈ ਲੇਗਾ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਹਾਲ ਫਿਲਹਾਲ ਕਾਂਗਰਸ ਪਾਰਟੀ ਦਾ ਇਹ ਸੰਕਟ ਜਿਹੜਾ ਅਸੀਂ ਚਰਚਾ ਕਰਦੇ ਹਾਂ, ਇਹ ਸੰਕਟ ਖੁਦ ਹਾਈਕਮਾਨ ਨੇ ਕਹਿ ਦਿੱਤਾ ਸਾਡਾ ਪੈਦਾ ਕੀਤਾ ਹੋਇਆ, ਉਹ ਹੱਥਾਂ 'ਚ ਲੱਗੂ ਹੁੰਦਾ ਚਾਹੀਦਾ। ਦਸਾਂਝ ਸਾਹਿਬ, ਇੱਕ ਪੰਜਾਬ ਦੇ ਵਿੱਚ ਨਵੀਂ ਸਿਆਸਤ ਵੀ ਚੱਲੀ ਹੋਈ ਆ, ਸ਼ਾਇਦ ਇਹ ਜਿਹੜੇ ਲੋਕਾਂ ਦੇ ਮਸਲੇ ਆ ਉਹਨਾਂ ਦਾ ਧਿਆਨ ਵੰਡਣ ਵਾਸਤੇ ਆ, ਜਾਂ ਫਿਰ ਕੀ ਇਹਦੇ ਕਾਰਨ ਆ, ਤੁਸੀਂ ਬਿਹਤਰ ਸਮਝਾ ਸਕੋਗੇ। ਜ਼ਿਲ੍ਹੇ ਬਣਾਓ ਜੀ, ਜਿਹੜੇ 4 ਰਾਜ ਮੰਤਰੀ ਉਹਨਾਂ ਚੋਂ ਜਿਹੜੇ 2 ਗੁਰਦਾਸਪੁਰ ਵਾਲੇ ਆ ਉਹਨਾਂ ਤੇ ਕਹਿ ਜੀ ਬਟਾਲੇ ਨੂੰ ਨਵਾਂ ਜ਼ਿਲ੍ਹਾ ਬਣਾ ਦਿਓ। ਉਹਦਾ ਵਿਰੋਧ ਵੀ ਹੋ ਰਿਹਾ ਕਿਉਂਕਿ ਗੁਰਦਾਸਪੁਰ ਅੱਗੇ ਵੀ ਕਿਹੜਾ ਵੱਡਾ ਜ਼ਿਲ੍ਹਾ ਰਹਿ ਗਿਆ। ਤੇ ਦੂਜੇ ਪਾਸੇ ਜਿਹੜੇ ਬੀਜੇਪੀ ਦੇ ਸੋਮਚੰਦ ਜਿਹੜੇ ਡੀਸੀ ਰਿਟਾਇਰ ਜਿਹੜੇ ਹੁਸ਼ਿਆਰਪੁਰ ਦੇ ਮੇਰੇ ਖਿਆਲ ਮੈਂਬਰ ਪਾਰਲੀਮੈਂਟ ਨੇ ਕਿਤੋਂ, ਉਹਨਾਂ ਨੇ ਕਹਿਤਾ ਨਹੀਂ ਉੱਥੋਂ ਨੇ ਮੇਰੇ ਖਿਆਲ ਆਉਂਦੇ ਫਗਵਾੜੇ ਨੂੰ ਵੀ ਜ਼ਿਲ੍ਹਾ ਬਣਾ ਦਿਓ ਜੀ, ਕਿਉਂਕਿ ਜਿਹੜਾ ਕਪੂਰਥਲਾ ਉੱਥੋਂ ਕਾਫੀ ਦੂਰ ਹੈ ਤੇ ਲੋਕੀ ਬੜੇ ਔਖੇ ਆ। ਕੁਝ ਇੱਕ ਲੋਕ ਆਮ ਆਦਮੀ ਪਾਰਟੀ ਵਾਲੇ ਜਗਰਾਵਾਂ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਆ। ਤੇ ਜਿਹੜੇ ਜ਼ਿਲ੍ਹਿਆਂ ਦੀ ਸਿਆਸਤ ਹੈ, ਅੱਗੇ ਵੀ ਜ਼ਿਲ੍ਹਿਆਂ ਦੀ ਸਿਆਸਤ ਹੁੰਦੀ ਰਹੀ ਹੈ ਪੰਜਾਬ ਦੇ ਵਿੱਚ, ਨਿੱਕੇ ਨਿੱਕੇ ਜ਼ਿਲ੍ਹੇ ਬਣਾ ਕੇ ਹੋਰ ਬਰਡਨ ਜਿਹੜਾ ਪਾਇਆ ਜਾ ਰਿਹਾ। ਤਰਨਤਾਰਨ ਜ਼ਿਲ੍ਹਾ ਬਣਾਤਾ ਜਿਹੜਾ ਅੰਮ੍ਰਿਤਸਰ ਤੋਂ ਸਾਰਾ 20-25 ਮਿੰਟ ਦਾ ਰਾਹ ਆ। ਪੱਟੀ ਦਾ ਵੀ ਜ਼ਿਲ੍ਹਾ ਬਣਾਉਣ ਦੀਆਂ ਗੱਲਾਂ ਬੜੇ ਚਿਰ ਤੋਂ ਚੱਲਦੀਆਂ ਆਉਂਦੀਆਂ ਸੀਗੀਆਂ। ਉਧਰ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਨਾਲ ਲੱਗਦੇ ਸ਼ਹਿਰ ਜ਼ਿਲ੍ਹੇ ਬਣਾਤੇ ਨੇ। ਤੇ ਹੁਣ ਜਗਰਾਵਾਂ ਦੇ ਜ਼ਿਲ੍ਹੇ ਦੀ ਮੰਗ, ਫਗਵਾੜੇ ਦੀ ਮੰਗ, ਪਟਾਲੇ ਦੀ ਮੰਗ, ਤੇ ਫਿਰ ਇਹ ਜ਼ਿਲ੍ਹਿਆਂ ਵਾਲੀ ਸਿਆਸਤ ਲੋਕਾਂ ਦੇ ਹਿੱਤ 'ਚ ਹੈ ਜਾਂ ਕੀ ਹੈ ਇਹ ਸਿਆਸਤ? ਜਿਹੜਾ ਬਟਾਲੇ ਵਾਲਾ ਮਾਮਲਾ ਉਹ ਤਾਂ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਜੋੜਿਆ ਜਾ ਰਿਹਾ। ਨਾਲ ਡੇਰਾ ਬਾਬਾ ਨਾਨਕ ਦੀ ਵੀ ਮੰਗ ਕੀਤੀ ਗਈ ਹੈ ਵੀ ਹਿਸਟੋਰੀਕਲੀ ਡੇਰਾ ਬਾਬਾ ਨਾਨਕ ਨੂੰ ਇੱਕ ਜੋੜ ਕੇ ਬਾਬੇ ਨਾਨਕ ਨਾਲ। ਸੁਲਤਾਨਪੁਰ ਲੋਧੀ ਬਾਰੇ ਵੀ ਮੰਗ ਆ ਰਹੀ ਹੈ ਜੀ, ਕਿਤੇ ਵੀ ਖਬਰਾਂ ਆ ਰਹੀਆਂ ਸੁਲਤਾਨਪੁਰ ਲੋਧੀ ਬਾਰੇ ਵੀ ਆ ਰਹੀ ਆ। ਜੀ ਇਹ ਮਤਲਬ ਜ਼ਿਲ੍ਹਿਆਂ ਦੀ ਸਿਆਸਤ ਜਿਹੜੀ ਹੈ ਇਹ ਬਹੁਤ ਮੈਨੂੰ ਲੱਗਦਾ ਹੈਲਦੀ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੈ, ਕੋਈ ਸਿਹਤਮੰਦ ਗੱਲ ਨਹੀਂ ਹੈ। ਠੀਕ ਹੈ, ਕਿਤੇ ਦੋੜਾ ਬਣਦੀਆਂ ਜ਼ਰੂਰੀ ਨਹੀਂ ਹੈ, ਮਤਲਬ ਜ਼ਿਲ੍ਹੇ ਨਵੇਂ ਬਣਦੇ ਵੀ ਆ, ਬਣਦੇ ਆਏ ਵੀ ਆ, ਨਵੇਂ ਸੂਬੇ ਬਣਦੇ ਆਏ ਆ। ਤੇ ਪਰ ਜਦੋਂ ਕੋਈ ਸੱਚਮੁੱਚ ਹੀ ਉਹਦੀ ਲੋੜ ਪੈਦਾ ਹੋਵੇ ਤਾਂ ਠੀਕ ਹੈ, ਉਸ ਦਾ ਨਵਾਂ ਬਣਾਇਆ ਜਾ ਸਕਦਾ। ਬਟਾਲੇ ਬਾਰੇ ਤਾਂ ਖਬਰਾਂ ਇਹ ਹੈ ਕਿ ਉਹਨੂੰ ਪੋਲੀਟੀਕਲੀ ਹਰ ਜਿਹੜੀ ਧਿਰ ਹੈ ਉਹ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਤਾਂ ਇਹਨਾਂ ਦੇ 2 ਮੰਤਰੀਆਂ ਨੇ ਬਕਾਇਦਾ ਪਹਿਲਾਂ ਸਮਾਂ ਮੰਗਿਆ, ਫਿਰ ਚਿੱਠੀ ਲਿਖੀ ਕੈਪਟਨ ਅਮਰਿੰਦਰ ਤੋਂ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੇ ਮਾਮਲੇ 'ਚ। ਕੈਪਟਨ ਅਮਰਿੰਦਰ ਨੇ ਮਹਿਲੇ 'ਚ ਦਹਿਲਾ ਮਾਰਿਆ ਕਹਿ ਕੇ ਕਿ ਉਹ ਹਾਂ ਕਿਹੜੀ ਗੱਲ ਸੀ, ਚਿੱਠੀ ਲਿਖਣ ਦੀ ਕੀ ਲੋੜ ਸੀ, ਮੈਨੂੰ ਪਹਿਲਾਂ ਤੁਸੀਂ ਮਿਲਦੇ ਕਰਦੇ ਰਹੇ, ਪਹਿਲੇ ਦੱਸ ਦਿੰਦੇ। ਪਰ ਤੁਹਾਨੂੰ ਪਹਿਲੇ ਜਿਹੜੇ 18 ਅਗਸਤ ਦੀ ਉਹਨਾਂ ਦੇ ਚਿੱਠੀ ਦਾ ਹਵਾਲਾ ਦੇ ਦਿੱਤਾ ਵੀ ਪ੍ਰਤਾਪ ਸਿੰਘ ਬਾਜਵਾ ਮੰਗ ਕਰ ਚੁੱਕੇ ਆ ਕਿ ਸਾਡੇ ਵਿਚਾਰ ਮਹੀਨੇ ਤਾਂ ਜਿਹੜਾ ਬਣਾਉਣਾ ਸੀ ਬਟਾਲਾ। ਖਬਰਾਂ ਇਹ ਹੈ ਕਿ ਸ਼੍ਰੀ ਨਾਨਕ ਦੇਵ ਜੀ ਦੇ ਵਿਆਹ ਹੋਣ 'ਤੇ 13 ਨੂੰ ਸ਼ਾਇਦ ਇਹਦੀ ਅਨਾਊਂਸਮੈਂਟ ਹੋ ਜਾਣੀ ਹੈ। ਪਰ ਇਹਦੇ ਵਿੱਚ ਵੀ ਜਿਹੜੇ ਹੁਣ ਜਿਹੜੇ ਬਣਾਉਣ ਦੀ ਮੰਗ ਉੱਠ ਰਹੀ ਹੈ, ਬੜੀ ਅਜੀਬ ਜਿਹੀ ਗੱਲ ਲੱਗਦੀ ਹੈ। ਜਿੱਦਾਂ ਫਗਵਾੜੇ ਦੀ ਤੁਸੀਂ ਗੱਲ ਕੀਤੀ ਹੈ, ਸੋਮ ਪ੍ਰਕਾਸ਼ ਜਿਹੜੇ ਆ ਕੇਂਦਰੀ ਮੰਤਰੀ ਭਾਰਤੀ ਜਨਤਾ ਪਾਰਟੀ ਦੇ, ਤੇ ਕਹਿੰਦੇ ਜੀ ਫਗਵਾੜਾ ਤਾਂ ਬੜਾ ਪੈਂਦਾ 40 ਕਿਲੋਮੀਟਰ ਇਸ ਫਗਵਾੜੇ ਜਿਹੜੀ ਫਗਵਾੜੇ ਦੀ ਜਿਹੜੀ ਸਥਿਤੀ ਕੀ ਹੈ ਵੀ ਦੂਸਰਾ ਜ਼ਿਲ੍ਹਾ ਆ ਕਿ ਦੂਸਰੇ ਤੋਂ ਫਗਵਾੜੇ ਆਉਣਾ ਹੋਵੇ ਤਾਂ ਪਹਿਲਾਂ ਜਲੰਧਰ ਕ੍ਰੋਸ ਕਰਕੇ ਆਉਣਾ ਪੈਂਦਾ, ਜਲੰਧਰ ਸ਼ਹਿਰ। ਤੇ ਜਲੰਧਰ ਸ਼ਹਿਰ ਜਲੰਧਰ ਦੇ ਪਿੰਡ ਪੈਂਦੇ ਆ, ਜਿਹੜੀ ਦੂਸਰੇ ਤੋਂ ਬਾਹਰ ਨਿਕਲਦੇ ਜਲੰਧਰ ਦੇ ਪਿੰਡ ਸ਼ੁਰੂ ਹੋ ਜਾਂਦੇ ਆ ਤੇ ਜਲੰਧਰ ਸ਼ਹਿਰ ਲੰਘਦੇ ਆ। ਜਲੰਧਰ ਸ਼ਹਿਰ ਲੰਘਦੇ ਫਗਵਾੜੇ ਦੇ ਨੇੜੇ ਪਹੁੰਚਦੇ ਆ ਜਦੋਂ, ਉਦੋਂ ਫਗਵਾੜੇ ਦੇ 2-4 ਪਿੰਡ ਸ਼ੁਰੂ ਹੁੰਦੇ ਆ ਤੇ ਫਗਵਾੜਾ ਸੈਂਟਰ ਜੇ ਆ ਤੇ ਫਗਵਾੜਾ ਕ੍ਰੋਸ ਕਰਦੇ ਹੀ ਸਾਡਾ ਪਿੰਡ ਆ ਜਾਂਦਾ ਜਿਹੜਾ ਜਲੰਧਰ ਜ਼ਿਲ੍ਹੇ 'ਚ। ਮਤਲਬ ਮੈਂ ਤਾਂ ਦੱਸਦਾ ਕਿ ਸਾਡਾ ਜ਼ਿਲ੍ਹਾ ਜਲੰਧਰ ਹੈ, ਪਿੰਡ ਦਾ ਦਸਾਂਝ ਕਲਾਂ ਆ, ਫਗਵਾੜੇ ਤੋਂ 8 ਕਿਲੋਮੀਟਰ ਹੈ। ਸਾਡੀ ਤਹਿਸੀਲ ਫਲੌਰ ਹੈ ਜਿਹੜੀ ਸਾਡੇ ਪਿੰਡ ਤੋਂ 20 ਕਿਲੋਮੀਟਰ ਹੈ ਤੇ ਫਗਵਾੜਾ ਸਾਡੇ ਤੋਂ 8 ਕਿਲੋਮੀਟਰ ਹੈ। ਸਾਡੇ ਸਾਰੇ ਕੰਮ ਧੰਦੇ ਫਗਵਾੜੇ ਨਾਲ ਜੁੜੇ ਹੋਏ ਆ, ਤਹਿਸੀਲ ਸਾਡੀ ਫਲੌਰ ਹੈ। ਤੋ ਇਹ ਬੜਾ ਅਜੀਬ ਜਿਹਾ, ਤੁਸੀਂ ਜੇ ਅਨੰਦਪੁਰ ਸਾਹਿਬ ਦਾ ਹਲਕਾ ਦੇਖਣਾ ਹੋਵੇ ਜਿਹੜਾ ਪਾਰਲੀਮਾਨੀ ਹਲਕਾ ਲੋਕ ਸਭਾ ਦਾ, ਮਤਲਬ ਕਿੱਥੇ ਅਨੰਦਪੁਰ ਸਾਹਿਬ ਹੈ ਤੇ ਕਿੱਥੇ ਸਾਡੇ ਬੰਗਿਆਂ ਦੇ ਨੇੜੇ ਦੇ ਪਿੰਡ ਪੈਂਦੇ। ਸਾਡੇ ਪਿੰਡਾਂ ਦੇ ਲਾਗੇ ਕੁਝ ਪਿੰਡ ਆ ਜਾਂਦੇ ਆ, ਬੰਗਿਆਂ ਦੇ ਪਿੰਡ ਹੈ ਜਿਹੜੇ ਉਹ ਅਨੰਦਪੁਰ ਸਾਹਿਬ ਪਾਏ ਹੋਏ। ਫਲੌਰ ਹਲਕਾ ਜਿਹੜਾ ਆ ਲੋਕ ਸਭਾ ਦਾ ਹਲਕਾ, ਉਹ ਤੁਹਾਡੇ ਗੋਇੰਦਵਾਲ ਸਾਹਿਬ ਦੇ ਨੇੜੇ ਤੱਕ ਜਾ ਕੇ ਪੈਂਦਾ। ਮਤਲਬ ਜਿਹੜੇ ਲੋਕ ਸਭਾ ਦੇ ਹਲਕੇ ਵੀ ਬਣਾਏ ਗਏ ਹੱਦਬੰਦੀਆਂ ਇਸ ਢੰਗ ਦਾ ਕਿ ਜਿਹੜੇ ਪੋਲੀਟੀਕਲ ਲਾਭ ਦਿੰਦੀਆਂ ਸੀਗੀਆਂ ਇਹਨਾਂ ਨੂੰ ਹਾਕਮਾਂ ਨੂੰ। ਹੁਣ ਇਹ ਪੋਲੀਟੀਕਲੀ ਇਹਦਾ ਕੋਈ ਨਾ ਕੋਈ ਵਾਇਲੈਂਸ ਲੈਣ ਚਾਹੁੰਦੇ ਆ ਸਾਰੇ ਬਾਕੀ ਸਿਆਸੀ। ਫਗਵਾੜੇ ਦਾ ਕੀ ਮਤਲਬ, ਹੁਣ ਜੇ ਜਲੰਧਰ ਦੀ ਗੱਲ ਕਰਨੀ ਹੋਵੇ, ਮੇਰੇ ਪਿੰਡੋਂ ਜਲੰਧਰ 30 ਕਿਲੋਮੀਟਰ ਹੈ ਬਸ,
32 ਜਾਂ 35 ਕਿਲੋਮੀਟਰ, ਤੇ ਮੈਨੂੰ ਵੀ ਤਾਂ ਫਿਰ ਜਲੰਧਰ ਦੂਰ ਹੀ ਪੈਂਦਾ, ਜਾਂ ਮੇਰੇ ਪਿੰਡ ਤੋਂ ਅਗਲੇ ਪਿੰਡ ਜਿਹੜੇ ਆ ਉਹਨਾਂ ਨੂੰ 50 ਕਿਲੋਮੀਟਰ ਪੈਂਦਾ ਜਲੰਧਰ। ਫਿਰ ਤਾਂ ਕੱਲ੍ਹ ਨੂੰ ਇਹ ਮੰਗ ਉੱਠੇਗੀ ਕਿ ਇੱਥੇ ਨੇੜੇ ਨੇੜੇ ਦਾ ਫਲੋਰ ਵਾਲਾ ਜਿਹੜਾ ਕਸਬਾ ਹੈ ਜੀ ਉਹਨੂੰ ਬਣਾ ਦਿਓ, ਜਾਂ ਸ਼ਹਿਰ ਹੈ ਜਿਹੜਾ ਉਹਨੂੰ ਬਣਾ ਦਿਓ ਜ਼ਿਲ੍ਹਾ। ਤੇ ਜ਼ਿਲ੍ਹਿਆਂ ਦੀ ਸਿਆਸਤ ਦਾ ਭਾਰ ਹੈ, ਵਾਧੂ ਦਾ ਵਾਧੂ ਭਾਰ ਹੈ ਲੋਕਾਂ ਦੇ ਉੱਤੇ, ਬਹੁਤ ਭਾਰ ਹੈ, ਨਵੀਂ ਅਫਸਰਸ਼ਾਹੀ ਪੈਦਾ ਹੋਏਗੀ। ਆਪਾਂ ਮਲੇਰਕੋਟਲੇ ਦੀ ਗੱਲ ਕੀਤੀ ਸੀ, ਮਤਲਬ ਨੀਅਰ ਅਬਾਊਟ 12-14 ਤਾਂ ਵੱਡੇ ਉਹਦੇ ਨਾਲ ਦੀ ਨਾਲ ਕ੍ਰੀਏਟ ਕਰਨੇ ਪੈਂਦੇ ਜਦੋਂ ਇੱਕ ਡਿਸਟ੍ਰਿਕਟ ਬਣਾ ਦਿੰਦੇ ਨੇ, ਕਿ ਉਹਦੇ ਨਾਲ ਅਮਲਾ ਫੈਲਾ ਕਿੱਦਾਂ ਹੈ, ਉਹਦਾ ਬਜਟ ਕਿੰਨਾ ਵੱਧਦਾ ਘਟਦਾ ਹੈ। ਠੀਕ ਹੈ, ਉਸ ਸ਼ਹਿਰ ਦੀ ਤਰੱਕੀ ਜ਼ਰੂਰ ਹੋ ਜਾਂਦੀ ਆ, ਥੋੜ੍ਹੀ ਬਹੁਤ ਫਰਕ ਪੈ ਜਾਂਦਾ, ਪਰ ਓਵਰਆਲ ਲੋਕਾਂ ਤੇ ਕਿੰਨਾ ਫਰਕ ਹੈ। ਮੈਨੂੰ ਲੱਗਦਾ ਇਹ ਪੋਲੀਟਿਕਸ ਜਿਹੜੀ ਹੈ ਕੋਈ ਬਹੁਤ ਸਿਹਤਮੰਦ ਹੈ। ਦਸਾਂਝ ਸਾਹਿਬ, ਜਿਹੜੀ ਹਲਕਾਬੰਦੀ ਹੈ ਨਾ ਜੀ, ਪੋਲੀਟੀਕਲ MP ਦੀ ਜਿਹੜੀ ਚੋਣ ਦੀ ਜਾਂ MLA ਦੀ ਚੋਣ ਦੀ, ਉਹ ਤੇ ਆਪਾਂ ਨੂੰ ਕੋਈ ਸ਼ੱਕ ਨਹੀਂ ਆ ਕਿ ਉਹ ਪੋਲੀਟੀਕਲ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਵੇਖ ਕੇ ਕਰਦੀਆਂ ਨੇ ਕਿ ਇੱਥੇ ਸਾਡਾ ਭਾਰੀ ਬੈਂਕ ਹੈ, ਇਹਨੂੰ ਇਹਦੇ ਨਾਲ ਜੋੜ ਦਈਏ, ਇਹਨੂੰ ਇਹਦੇ ਨਾਲ ਜੋੜ ਦਈਏ ਤੇ ਸਾਨੂੰ ਕੋਈ ਲਾਭ ਹੋ ਸਕਦਾ ਹੈ। ਪਰ ਜਿਹੜੀ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਨਾਲ ਆਪਾਂ ਗੱਲ ਕਰ ਰਹੇ ਹਾਂ, ਮੈਂ ਤਾਂ ਸੋਚਦਾ ਕਿ ਜਦੋਂ ਰੀਕਨਸੋਲੀਡੇਸ਼ਨ ਹੋਈ ਸੀ, ਜਿਹਨੂੰ ਮੁਰੱਬੇਬੰਦੀ ਕਹਿੰਦੇ ਪੁਰਾਣੇ ਸਮਿਆਂ 'ਚ, ਤੇ ਜੇ ਜ਼ਮੀਨਾਂ ਦੀ ਹੱਦਬੰਦੀਆਂ ਉਦੋਂ ਨਿਯੁਕਤ ਕੀਤੀਆਂ ਸੀ, ਤੇ ਉਦੋਂ ਲੱਗਦੇ ਹੱਥ ਇਹ ਵੀ ਚੀਜ਼ਾਂ ਵੇਖ ਲੈਣੀਆਂ ਚਾਹੀਦੀਆਂ ਸੀ ਕਿ ਐਡਮਿਨਿਸਟ੍ਰੇਸ਼ਨ ਵਾਲੇ ਜਿਹੜੇ ਖਿੱਤੇ ਨੇ ਉਹਨਾਂ ਦੇ ਜੇ ਵਾਕਿਆ ਹੀ ਫਗਵਾੜਾ ਜਲੰਧਰ ਜ਼ਿਲ੍ਹੇ 'ਚ ਹੋਵੇ ਤੇ ਜਲੰਧਰ ਜ਼ਿਲ੍ਹੇ ਦਾ ਨਾਲ ਲੱਗਵਾ ਕੋਈ ਹਿੱਸਾ ਕਪੂਰਥਲੇ ਨੂੰ ਦੇ ਦਿੱਤਾ ਜਾਵੇ, ਤੇ ਹੈ ਤੇ ਪੰਜਾਬ ਹੀ ਨਾ, ਤੇ ਕੁਝ ਇਸ ਤਰੀਕੇ ਨਾਲ ਬਣਾ ਲੈਂਦੇ ਤੇ ਜ਼ਿਆਦਾ ਬਿਹਤਰ ਹੁੰਦਾ ਜਿੱਦਾਂ ਹੁਣ ਆਪਾਂ ਕਰ ਰਹੇ ਹਾਂ। ਤੇ ਇਦਾਂ ਤੇ ਫਿਰ ਕੱਲ ਨੂੰ ਕੋਈ ਵੀ ਕਹਿ ਦੂਗਾ ਜੀ ਦਸਾਂਝ ਕਲਾਂ ਵੀ ਬਹੁਤ ਵੱਡਾ ਪਿੰਡ ਆ ਤੇ ਅਸੀਂ ਕੱਲ ਨੂੰ ਖੱਜਲ ਹੋਈਏ ਸਾਡੇ ਪਿੰਡ ਨੂੰ ਬਣਾ ਦਿਓ। ਤੇ ਇਹ ਤੇ ਮਤਲਬ ਬੜੀ ਅਜੀਬ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਵਾਸਤੇ ਵੀ ਸਰਕਾਰਾਂ ਇਹਨਾਂ ਨਾਲ ਚਿਰ 'ਚ ਲਟਕਾਉਂਦੀਆਂ ਨੇ, ਫਿਰ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਖੁਸ਼ ਕਰਦੀਆਂ ਨੇ। ਇਹ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਜੇ ਵਾਕਈ ਇਹ ਕੋਈ ਸਮੱਸਿਆਵਾਂ ਹਨ ਤਾਂ। ਚਲੋ ਆਪਾਂ ਕਿਸਾਨ ਮੂਵਮੈਂਟ ਵੱਲ ਪਰਤੀਏ। 3 ਦਿਨ ਹੋ ਗਏ ਜੀ, ਇੱਕ ਨਵਾਂ ਮੋਰਚਾ ਖੁੱਲ ਗਿਆ ਕਰਨਾਲ, ਗੱਲਬਾਤ ਬਾਰ-ਬਾਰ ਹੋਈ, ਨੇਪਰੇ ਨਹੀਂ ਚੜੀ, ਤੇ ਅੱਜ ਜਿਹੜੇ ਉੱਥੋਂ ਦੇ ਹੋਮ ਮਿਨਿਸਟਰ ਨੇ ਉਹਨਾਂ ਦਾ ਬਿਆਨ ਵੀ ਆਈ ਜਾਂਦਾ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਆ ਤੇ ਨਾਲ ਦੀ ਨਾਲ ਮਾਮਲੇ ਦੀ ਜਾਂਚ ਕਰਾਉਣ ਨੂੰ ਤਿਆਰ ਹੈ। ਅਸੀਂ ਬਿਨਾਂ ਜਾਂਚ ਤੋਂ ਹੀ ਕਿੱਦਾਂ ਕਿਸੇ ਅਫਸਰ ਨੂੰ ਸਸਪੈਂਡ ਕਰ ਦਈਏ ਜਾਂ ਉਹਨੂੰ ਅਸੀਂ ਕਰ ਦਈਏ, ਅਸੀਂ ਜਾਂਚ ਕਰਾਉਣ ਦੀ ਹਾਮੀ ਕਰ ਰਹੇ ਹਾਂ, ਪਰ ਅਸੀਂ ਉਹ ਸਸਪੈਂਡ ਕਿੱਦਾਂ ਕਰ ਸਕਦੇ ਹਾਂ? ਹਰ ਕੰਮ ਕਹਿੰਦੇ ਆ ਲਾਅ ਦੇ ਮੁਤਾਬਕ ਹੁੰਦਾ ਆ, ਪਹਿਲਾਂ ਉਹਦੀ ਜਾਂਚ ਹੁੰਦੀ ਆ, ਉਹਦੀ ਗਲਤੀ ਨਿਕਲੂਗੀ ਤੇ ਫਿਰ ਹੀ ਉਹਨੂੰ ਸਜ਼ਾ ਮਿਲ ਸਕਦੀ ਆ। ਤੇ ਦੂਜੇ ਪਾਸੇ ਇੱਕ ਨਵਾਂ ਮੋਰਚਾ ਖੁੱਲ ਗਿਆ, ਇਹਦੇ ਨਾਲ ਸ਼ਕਤੀ ਵਧੇਗੀ ਜਾਂ ਵੰਡੀ ਜਾਏਗੀ? ਤੁਹਾਨੂੰ ਕੀ ਲੱਗਦਾ ਕਿ ਜਿਹੜੀ ਵੱਡੀ ਲੀਡਰਸ਼ਿਪ ਉਹਨਾਂ ਨੂੰ ਹਾਰ ਕੇ 2 ਦਿਨਾਂ ਬਾਅਦ ਵਾਪਸ ਆਪਣੇ ਪੁਰਾਣੇ ਮੋਰਚਿਆਂ ਤੇ ਪਹੁੰਚਣਾ ਪਿਆ? ਹੁਣ ਸ਼ਾਇਦ ਚੰਦੂਨੀ ਸਾਹਿਬ ਕੋਲ ਹੀ ਆ ਉੱਥੋਂ ਦਾ ਚਾਰਜ, ਤੇ ਨਾਲ ਦੀ ਨਾਲ ਇਹ ਵੀ ਥੋੜੀ ਜਿਹੀ ਕਰ ਲਿਓ ਕਿ ਲੰਗਰਾਂ ਨੂੰ ਲੈ ਕੇ ਚੰਦੂਨੀ ਤੇ ਸੁਖਬੀਰ ਬਾਦਲ ਅੱਜ ਕਾਫੀ ਤਲਖੀ ਹੋਈ ਆ। ਆਪਾਂ 9 ਵਜੇ ਖਤਮ ਕਰ ਲੈਣਾ ਜੀ ਪੂਰਾ, ਕਿਉਂਕਿ ਸਾਡੀ ਵੀ ਡਿਬੇਟ ਹੈ ਇਲੈਕਸ਼ਨ ਦਾ, ਕਾਫੀ ਇੱਥੇ ਵੀ ਹੈ, ਤੇ 9 ਵਜੇ ਡਿਬੇਟ ਸ਼ੁਰੂ ਹੋਣੀ ਆ, ਤੇ ਥੋੜਾ ਬਰੀਫ 'ਚ ਰੱਖਿਓ ਸਾਰੀਆਂ ਚੀਜ਼ਾਂ। ਜੀ ਦੇਖੋ ਗੱਲ ਇਹ ਆ ਗਿੱਲ ਸਾਹਿਬ, ਬਹੁਤ ਸਪੀਡ 'ਚ ਗੱਲ ਕਰੂੰਗਾ। ਨੰਬਰ 1 ਤਾਂ ਜਿਹੜਾ ਕਿਹਾ ਗਿਆ ਕਰਨਾਲ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ, ਜਿਹੜੇ ਉੱਥੋਂ ਦੇ ਮਿਨਿਸਟਰ ਨੇ ਹਰਿਆਣਾ ਦੇ ਅਨਿਲ ਵਿਜ, ਜਿਹੜੇ ਅਕਸਰ ਚਰਚਾ 'ਚ ਹੀ ਰਹਿੰਦੇ ਨੇ, ਕੋਈ ਨਾ ਕੋਈ ਦੀਆਂ ਗੱਲਾਂ ਵੀ ਕਰਦੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਠੀਕ ਹੈ, ਅਸੀਂ ਜਿਹੜਾ ਲਾਠੀ ਚਾਰਜ ਹੈ ਉਹਦੀ ਜਾਂਚ ਕਰਨ ਨੂੰ ਤਿਆਰ ਹੈ, ਪਰ ਕਿਸਾਨ ਜੀ ਡਿਮਾਂਡ ਕਰਦੇ, ਇਹਦਾ ਮਤਲਬ ਇਹ ਥੋੜ੍ਹਾ ਬਿਨਾਂ ਜਾਂਚ ਤੋਂ ਕਿਸੇ ਨੂੰ ਸਸਪੈਂਡ ਕਰ ਦਿਓ। ਇੱਕ ਗੱਲ ਇਹ ਆ, ਜਾਂਚ ਮਤਲਬ ਕਿ ਕਰਨੀ ਵੀ ਹੈ, ਤੁਸੀਂ ਕਾਹਦੀ ਜਾਂਚ ਕਰਨੀ ਹੈ? 28 ਅਗਸਤ ਦੀ ਘਟਨਾ ਕਰਨਾਲ ਵੀਡੀਓ ਸਾਰੀ ਦੁਨੀਆ ਦੇ ਦੇਖ, ਉਸ ਵੀਡੀਓ ਦੀ ਅਥੈਂਟਿਸਿਟੀ ਜੇ ਤੁਸੀਂ ਜਾਂਚ ਨਹੀਂ ਕਰੋ ਤਾਂ ਉਹ 10 ਮਿੰਟ ਦਾ ਕੰਮ ਹੈ। ਲੈਬ 'ਚ ਜਾ ਕੇ 10 ਮਿੰਟ 'ਚ ਪਤਾ ਲੱਗ ਜੂ ਕਿ ਇਹ ਵੀਡੀਓ ਐਡੀਟਿੰਗ ਹੈ ਜਾਂ ਜਿਹੜੀ ਹੈ ਜਾਲੀ ਹੈ। 10 ਮਿੰਟ ਤੇ ਉਹਦੇ ਬਾਵਜੂਦ ਜਾਂਚ ਦਾ ਰੌਲਾ ਪਾਇਆ ਜਾ ਰਿਹਾ। ਅੱਜ 10 ਸਤੰਬਰ ਹੋ ਗਈ ਹੈ, 28 ਅਗਸਤ ਦੀ ਘਟਨਾ ਹੈ, 12-13 ਦਿਨ ਹੋ ਗਏ। ਇਹ ਬਹਾਨਾ ਹੈ, ਸਾਰੀ ਅਫਸਰਸ਼ਾਹੀ ਜਿਹੜੀ ਹੈ CMO ਦੇ ਨਿਰਦੇਸ਼ ਦੇ ਉੱਪਰ ਉਹਨੂੰ ਬਚਾਉਣ ਤੇ ਲੱਗੀ ਹੋਈ ਹੈ। ਤਾਂ ਕਾਰਨ ਕੀ ਹੈ? ਇਹ 2 ਕਾਰਨ। ਨੰਬਰ 1 ਤਾਂ ਉਹ ਜਿਹੜਾ ਕੁਝ ਵੀ SDM ਨੇ ਕੀਤਾ ਜਾਂ ਕਿਹਾ ਜਾਂ ਕਰਵਾਇਆ ਉਹ CMO ਦੇ ਹੁਕਮ ਦੇ ਨਾਲ ਹੋਇਆ, ਯਾਨੀ ਮੁੱਖ ਮੰਤਰੀ ਦੇ ਦਫ਼ਤਰ ਦੀ ਡਾਇਰੈਕਸ਼ਨ ਮਿਲਦੀ ਸੀ। ਜਦੋਂ ਡਾਇਲੋਗ ਵੀ ਹੋ ਰਿਹਾ ਸੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ, ਤਾਂ ਅੱਧੇ ਘੰਟੇ ਬਾਅਦ ਉੱਠ ਕੇ ਜਿਹੜੇ ਆ DC ਸਾਹਿਬ ਤੇ ਕਮਿਸ਼ਨਰ ਸਾਹਿਬ ਜਿਹੜੇ ਆ ਚੰਡੀਗੜ੍ਹ ਤੋਂ ਦੱਸੋ ਸੀ
ਸੋ ਇੱਕ ਗੱਲ ਤਾਂ ਇਹ ਹੈ ਵੀ ਸਾਰਾ ਸੀਐਮ ਉਹਦੇ ਬਾਰੇ ਰਹਿ ਹੁਣ ਦੂਜਾ ਸਵਾਲ ਇਹ ਪੈਦਾ ਹੋ ਗਿਆ ਸੀਐਮ ਨੇ ਇਤਨੀ ਨੂੰ ਦਿੱਤੇ ਕੋਈ ਟਕਰਾਅ ਦੀ ਸਥਿਤੀ ਪੈਦਾ ਹੋ ਗਿਆ ਤੇ ਹੁਣ ਅਗਲਾ ਸਵਾਲ ਨਾਲ ਦੀ ਨਾਲ ਆ ਵੀ ਹੁਣ ਬਾਰ-ਬਾਰ ਗੱਲਾਂ ਕੀਤੀਆਂ ਜਾ ਰਹੀਆਂ ਨੇ 5 ਦੌਰ ਦੀ ਗੱਲਬਾਤ ਹੋਈ ਕਿਸਾਨ ਜਥੇਬੰਦੀਆਂ ਨਾਲ ਤੇ ਹਰਿਆਣੇ ਦੀ ਅਫਸਰਸ਼ਾਹੀ ਮੰਨ ਕਿਉਂ ਨਹੀਂ ਰਹੀ ਉਹਨਾਂ ਨੂੰ ਨਿਰਦੇਸ਼ ਹੈ ਇਹਦਾ ਮਤਲਬ ਕਿ ਇਸ ਕਿਸਮ ਦੇ ਵੀ ਇਸ ਮਸਲੇ ਨੂੰ ਲਮਕਾਉਣਾ ਇਹ ਲਮਕਾਉਣਾ ਕਿਉਂ ਲਮਕਾਉਣਾ ਉਹ ਸਮਝ ਗਿਆ ਹੀ ਹੈ ਕਿਸਾਨ ਲੀਡਰਸ਼ਿਪ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਫੋਕਸ ਆ ਉਹਨੂੰ ਡਾਈਵਰਟ ਕਰਨਾ ਚਾਹੀਦਾ ਵੀ ਦਿੱਲੀ ਦੇ ਜਿਹੜੇ ਮੋਰਚੇ ਆ ਉਹਨਾਂ ਉਹ ਜਿਹੜੀ ਤਾਕਤ ਤੋਂ ਘਟਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹਨੂੰ ਜਿਹੜਾ ਆ ਉਹ ਸ਼ਿਫਟ ਕਰ ਦਿੱਤਾ ਜਾਏ ਉਹਨੂੰ ਕਹਿ ਵੀ ਦਿੱਤਾ ਰਕੇਸ਼ ਕਹਿ ਵੀ ਇਸ ਚਾਲ ਆ ਇੱਕ ਇਸ ਕਿ ਸਾਡੀ ਬਹੁਤੀ ਤਾਕਤ ਜਿਹੜੀ ਹੈ ਉਹ ਦਿੱਲੀ ਤੋਂ ਜਿਹੜੀ ਆ ਮਨਫੀ ਹੋ ਜਾਂਦੀ ਇੱਧਰ ਨੂੰ ਸਾਡੀ ਤਾਕਤ ਜ਼ਿਆਦਾ ਆਵੇ ਤਾਂ ਜੋ ਦਿੱਲੀ ਨੀਤੀ ਜਿਹੜੀ ਚਾਹੁੰਦੀ ਉਹਨੂੰ ਇਹ ਖੇਡ ਖੇਡੀ ਜਾ ਰਹੀ ਹੈ ਮਤਲਬ ਸਰਕਾਰ ਵੱਲੋਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਇਸ ਗੱਲ ਨੂੰ ਸਮਝ ਗਏ ਨੇ ਕਿਸਾਨ ਜਥੇਬੰਦੀਆਂ ਦੇ ਆਪ ਤੇ ਬਰਾਬਰ ਉਹਨਾਂ ਨੇ ਜਿਹੜਾ ਆਪਣੀ ਇਸ ਤੱਕ ਕੀਤੀ ਹੈ ਵੀ ਜਿਹੜਾ ਕਰਨਾਲ ਹੈ ਉੱਥੇ ਪੱਕਾ ਮੋਰਚਾ ਤਾਂ ਰਵੇ ਪਰ ਕਰਨਾਲ ਤੇ ਹੀ ਸਾਰੀ ਸ਼ਕਤੀ ਨਾਲ ਦਿੱਤੀ ਜਾਵੇ ਕਰਨਾਲ 'ਚ ਬਹੁਤਾ ਹਰਿਆਣੇ ਦੇ ਲੋਕ ਜਿਹੜੇ ਇਨਵੋਲਵ ਰਹਿਣ ਤੇ ਜਿਹੜੇ ਲੋਕ ਪਹਿਲਾਂ ਹੀ ਅਦਲਾ ਬਦਲੀ ਨਾਲ ਜਿਹੜੇ ਦਿੱਲੀ ਮੋਰਚੇ ਜਾਂਦੇ ਆ ਉਹ ਮੁੱਦੇ ਰੂਟੀਨ ਬਣੀ ਰਵੇ ਮਤਲਬ ਜੇ ਅੱਜ ਉੱਥੇ ਮੰਨ ਲਓ 10,000 ਕਿਸਾਨ ਨੇ ਮੰਨ ਲਓ ਆਪਾਂ ਇੱਕ ਗਿਣਤੀ ਵਿੱਚ ਤੇ 10,000 ਦੇ ਵਿੱਚੋਂ 1,000 ਕਿਸਾਨ ਹੋ ਸਕਦਾ ਜਿਹੜਾ ਕਦੇ ਦਿੱਲੀ ਮੋਰਚੇ ਚ ਅਦਲਾ ਬਦਲੀ ਜਾਂਦਾ ਰਿਹਾ ਹੋਵੇ ਬਾਕੀ ਲੋਕ ਜਿਹੜਾ ਦਿੱਲੀ ਘਟ ਗਿਆ ਉਹੀ ਹੈ ਤੇ ਇਸੇ ਕਰਕੇ ਮੁਰਗੇ ਵਾਲਾ ਜਿਹੜਾ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਪੁਲਿਸ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਹੈ ਕੱਲ ਪਰਸੋਂ ਕਿਸਾਨ ਜਥੇਬੰਦੀਆਂ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਆ ਉਹ ਵਾਪਸ ਲੈਣੇ ਤੇ ਉਹਨਾਂ ਨੇ ਮੰਨ ਲਿਆ ਵੀ ਸਾਨੂੰ 10 ਦਿਨ ਦਾ ਸਮਾਂ ਦੇ ਦਿਓ ਭਾਈ ਕਾਗਜ਼ੀ ਕਾਰਵਾਈ ਕਰਨੀ ਆ ਸਾਡੇ ਕੇਸ ਵਾਪਸ ਲੈ ਲਾਂਗੇ ਇੱਥੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਮੋਰਚੇ ਨੇ ਆਪਣਾ ਉੱਥੋਂ ਦਾ ਪ੍ਰੋਗਰਾਮ ਜਿਹੜਾ ਆ ਜਾਂ ਜਿਹੜਾ ਮੋਰਚਾ ਪੱਕਾ ਲਾਉਣਾ ਸੀ ਉਹਨੂੰ ਟਾਲਤਾ ਇਸੇ ਕਰਕੇ ਵੀ ਅਸੀਂ ਆਪਣੀ ਸ਼ਕਤੀ ਨੂੰ ਜਿੱਦਾਂ ਕੇਂਦਰ ਚਾਹੁੰਦਾ ਆ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਚਾਹੁੰਦੀ ਮੋਦੀ ਜਾਂ ਅਮਿਤ ਸ਼ਾਹ ਚਾਹੁੰਦੇ ਆ ਵੀ ਇਹਨੂੰ ਖਿਡਾ ਦਿੱਤਾ ਜਾਏ ਤੇ ਅਸੀਂ ਫਿਰਰ ਤੋਂ ਬਚਾਉਣਾ ਆਪਣੀ ਸ਼ਕਤੀ ਇਸੇ ਕਰਕੇ ਸਥਾਨਕ ਪੱਧਰ ਦੇ ਜਿਹੜੇ ਅੰਦੋਲਨ ਹੈ ਸਥਾਨਕ ਜਿਹੜੀ ਤਾਕਤ ਉਹਦੇ ਅਨੁਸਾਰ ਹੀ ਲੜੀ ਜਾਣ ਕਿ ਫੈਸਲਾ ਸਾਨੂੰ ਜੀ ਜੀ ਕਿਸਾਨ ਸਾਹਿਬ ਵੈਸੇ ਕਾਲੋਂ ਸਾਹਿਬ ਖਬਰ ਦੇ ਕੇ ਗਏ ਆ ਕਿ ਡੀਸੀ ਜਿਹੜੇ ਨੇ ਕਰਨਾਲ ਦੇ ਉਹਨਾਂ ਨੇ ਇਹ ਗੱਲ ਐਕਸੈਪਟ ਕਰ ਲਈ ਆ ਕਿ ਇਹ ਹੁਕਮ ਜਿਹੜੇ ਆ ਐਡਮਿਨਿਸਟ੍ਰੇਸ਼ਨ ਨੂੰ ਖੱਟੜ ਸਾਹਿਬ ਦੇ ਸੀ ਇਸ ਕਰਕੇ ਹੀ ਅਸੀਂ ਕੀਤਾ ਇਹ ਖਬਰ ਮੇਰੇ ਨਜ਼ਰ 'ਚ ਕਿਤੇ ਨਹੀਂ ਪਈ ਵੈਸੇ ਤੁਸੀਂ ਕਿਤੇ ਵੇਖੀ ਹੋਵੇ ਤੇ ਇਹਨੂੰ ਪੁਸ਼ਟੀ ਕਰ ਸਕਦੇ ਹੋ ਕਿ ਨਹੀਂ ਕਿ ਡੀਸੀ ਸਾਹਿਬ ਨੇ ਮੰਨ ਲਿਆ ਕਿ ਅਸੀਂ ਜੋ ਕੀਤਾ ਉਹ ਖੱਟੜ ਸਾਹਿਬ ਦੀਆਂ ਹਦਾਇਤਾਂ ਤੇ ਕੀਤਾ देखो खबर तो नहीं है साढ़े सामने पर ये खबर आई है तो मैं तो ये कहना ना भी मनना इतना अंडरस्टूड है नहीं पर किसी अफसर का किसी जिम्मेवार अफसर का कह देना कि ਅਸੀਂ ਜੋ ਕੀਤਾ ਉਹ ਸਰਕਾਰ ਦੀਆਂ ਹਦਾਇਤਾਂ ਤੇ ਕੀਤਾ ਤੇ ਕਿਸਾਨ ਤੇ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਖੱਟੜ ਸਾਹਿਬ ਦੀਆਂ ਹਦਾਇਤਾਂ ਤੇ ਸਭ ਕੁਝ ਹੋ ਰਿਹਾ ਤੇਰਾ ਮਤਲਬ ਇਹ ਵੀ ਨਹੀਂ ਹੈ ਕਿ ਜਿਹੜਾ ਅਫਸਰ ਸਰਕਾਰੀ ਹਦਾਇਤਾਂ ਤੇ ਸਿਰ ਪਾੜਨ ਦੇ ਹੁਕਮ ਦਿੰਦਾ ਤੇ ਉਹ ਬਰੀ ਹੋ ਜਾਂਦਾ ਕਿਤੇ नहीं बिल्कुल ठीक है क्योंकि साढ़े सामने खबर नहीं असं पुष्टि नहीं कर पावे जितनी देर तक साढ़े सामने खबर नहीं है पर मान लेना अपने आप के है कि जो असी कह रहे हैं जो असी संभावनावां दस रहे थे जो भी आह हुआ हो सकता भी ये मर्जी तो बिना तो पॉसिबल नहीं है तो मर्जी उन्होंने शामिल है मर्जी दिखाई दे रही है कि जो कोई अफसर बनता है तो सीधे तौर पर उत्ते जो सरकार का रवैया उसका पर्दाफाश भी होता है लास्ट तौर के उत्ते सो अल्टीमेटली अंदोलन जोड़ा अज बहुत इतिहासक पल ने हम तो 4 घंटे बाद मीटिंग भी हुई है ਵੱਖ-ਵੱਖ सियासी पार्टियां के नुमाइंदियां के नाल किसान जथेबंदियां दी ਉਹਦੇ ਚੋਂ ਇੱਕ ਨਵਾਂ ਦ੍ਰਿਸ਼ ਜਿਹੜਾ ਸਾਡੇ ਸਾਹਮਣੇ ਆਉਣ ਵਾਲਾ ਹੈ ਤੇ ਉਹਦੇ ਤੇ ਅਸੀਂ ਚਰਚਾ ਕਰ ਸਕਾਂਗੇ ਉਹਨਾਂ ਨੂੰ ਲੱਗਾ ਆਪਣਾ ਸਮਾਂ ਮਿਲਦਾ ਹੋ ਗਿਆ ਤੇ ਆਪਾਂ ਫਿਰ ਮਿਲਦੇ ਹਾਂ ਜੀ ਕੱਲ ठीक है जी बहुत बहुत शुक्रिया धन्यवाद ਤੁਹਾਡਾ ਜੀ थैंक यू वेरी मच शुक्रिया जी